ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸਮਾਧੀ ਕਿਵੇਂ ਲੱਗਦੀ ਹੈ? ਸਮਾਧੀ ਕਈ ਪ੍ਰਕਾਰ ਨਾਲ ਲੱਗ ਜਾਂਦੀ ਹੈ। ਨੰਬਰ 1, ਹਠ ਜੋਗੀ ਆਪਣੇ ਪ੍ਰਾਣਾਂ ਨੂੰ, ਆਪਣੇ ਸਰੀਰ ਨੂੰ ਖਿੱਚ ਕੇ ਸਹਸਰਾਰ ਚੱਕਰ ਵਿੱਚ ਲੈ ਜਾਂਦੇ ਹਨ। ਜਿਹੜਾ 10 ਦੁਆਰ ਚੱਕਰ ਆ ਨਾ, ਉਹਨੂੰ ਸਹਸਰਾਰ ਕਹਿੰਦੇ ਆ, ਜੋ ਕਿ ਸਿਰ ਦੀ ਚੋਟੀ ਵਿੱਚ ਹੈ ਅਤੇ ਸਮਾਧੀ ਵਿੱਚ ਸਥਿਰ ਹੋ ਜਾਂਦੇ ਹਨ। ਪਰ ਐਸੀ ਸਮਾਧੀ ਦੇ ਬਾਅਦ ਮਨ ਉਸ ਤਰ੍ਹਾਂ ਹੀ ਥੱਲੇ ਆ ਜਾਂਦਾ ਹੈ ਜਿਵੇਂ ਸਮਾਧੀ ਤੋਂ ਪਹਿਲਾਂ ਸੀ। ਸਰੀਰ ਹਿਲਾ ਕੇ ਇਸ ਦੀ ਸਮਾਧੀ ਇਤਨੀ ਮੁਸ਼ਕਲ ਹੈ, ਕਿਉਂਕਿ ਸਰੀਰ ਹਿਲਾ ਕੇ ਇਹਦੀ ਸਮਾਧੀ ਤੋੜਨੀ ਬੜੀ ਮੁਸ਼ਕਿਲ ਹੈ। ਜਿਵੇਂ ਬਾਬਾ ਮੋਹਨ ਜੀ ਬੈਠੇ ਸੀ ਨਾ, ਅਤੇ ਪੋਥੀਆਂ ਲੈਣ ਵਾਸਤੇ ਮਹਾਰਾਜ ਕਹਿੰਦੇ ਵੀ ਕੌਣ ਲਿਆਏਗਾ, ਅਤੇ ਭਾਈ ਗੁਰਦਾਸ ਨੂੰ ਵੀ ਮੇਰਾ ਭਰਾ ਲੱਗਦਾ, ਉਹ ਹਠ ਜੋਗੀ ਸੀ ਅਤੇ ਬਾਬੇ ਸ਼੍ਰੀ ਚੰਦ ਦਾ ਚੇਲਾ ਸੀ। 10 ਦੁਆਰ ਪੁਰਾਣ ਚੜ੍ਹਾ ਕੇ ਬੈਠਾ ਸੀ ਅਤੇ ਉਸ ਤਰ੍ਹਾਂ ਖਾਲੀ ਆ ਗਏ। ਫਿਰ ਬਾਬਾ ਬੁੱਢਾ ਜੀ ਗਏ, ਉਹ ਵੀ, ਫਿਰ ਮਹਾਰਾਜ ਆਪ ਗਏ। ਫਿਰ ਮਹਾਰਾਜ ਨੇ ਸਰੰਦਾ ਫੜ ਕੇ ਕੀਰਤਨ ਕੀਤਾ, ਸਮਾਧੀ ਖੋਲ੍ਹੀ। ਕਹਿੰਦੇ ਭਾਣਜੇ ਕਿਵੇਂ ਆਇਆ? ਦਾੜੀ ਵਧਾਈ ਹੈ। ਕਹਿੰਦੇ ਤੁਹਾਡੇ ਚਰਨ ਝਾੜਨ ਨੂੰ। ਕਹਿੰਦੇ ਇਸੇ ਨਿਮਰਤਾ ਨਾਲ ਮੇਰਾ ਹੱਕ ਸੀ, ਤੇਰੇ ਪਿਤਾ ਜੀ ਗੱਦੀ ਲੈ ਗਏ ਅਤੇ ਤੁਹਾਨੂੰ ਵੀ ਉਹ ਸਬਕ ਪੜ੍ਹਾ ਗਿਆ। ਵੀ ਹੁਣ ਮੇਰੇ ਪਾਸ ਪੋਥੀਆਂ, ਹੋਰ ਤਾਂ ਕੁਝ ਹੈ ਨਹੀਂ, ਇਹ ਵੀ ਲੈ ਜਾਓ। ਮੰਗੀਆਂ ਨਹੀਂ, ਆਪੇ ਦੇ ਦਿੱਤੀਆਂ। ਮਤਲਬ ਜਿਹੜੇ ਹਠ ਜੋਗੀ ਹੈ ਨਾ, ਜੇ ਹਿਲਾਈਏ ਜਲਾਈਏ ਉਹ ਨਹੀਂ ਸਮਾਧੀ ਖੋਲ੍ਹਦੀ। ਨੰਬਰ 2, ਰਾਜ ਜੋਗੀ ਦੀ ਨਿਰੋਧ ਸਮਾਧੀ ਚਿੱਤ ਦੀਆਂ ਬਿਰਤੀਆਂ ਦੇ ਨਿਰੋਧ ਨਾਲ ਲੱਗਦੀ ਹੈ। ਰਾਜ ਜੋਗੀ ਦੀ ਸਮਾਧੀ ਉਸ ਦੇ ਸਰੀਰ ਨੂੰ ਹਿਲਾ ਕੇ ਤੋੜੀ ਜਾ ਸਕਦੀ ਹੈ, ਜਿਵੇਂ ਆਪਣੇ ਚੁੜਾਲਾ ਨੇ ਆਪਣੇ ਪਤੀ ਦੀ ਸਮਾਧੀ ਉਹਦੇ ਸਰੀਰ ਨੂੰ ਹਿਲਾ ਕੇ ਤੋੜੀ ਸੀ। ਕਿਉਂਕਿ ਉਹ ਜਿਹੜਾ ਰਾਜਾ ਸੀ ਨਾ, ਅਤੇ ਉਹ ਵੀ ਫਿਰ ਅਭਿਆਸ ਕਰਨ ਲੱਗ ਪਿਆ ਸੀ। ਚੁੜਾਲਾ ਉਹਦੇ ਘਰ ਵਾਲੀ ਸੀ, ਇਹ ਬੜੀ ਭਗਤ ਨਹੀਂ ਸੀ, ਉਹਨੂੰ ਪ੍ਰੇਰ ਕੇ ਫਿਰ ਇੱਧਰ ਲਾ ਦਿੱਤਾ ਸੀ। ਅਤੇ ਕਹਿੰਦੇ ਉਹ ਸਮਾਧੀ 'ਚ ਬੈਠਾ ਸੀ ਅਤੇ ਫਿਰ ਸਮਾਧੀ ਹਿਲਾ ਕੇ ਤੋੜ ਦਿੱਤੀ ਸੀ। ਨੰਬਰ 3, ਭਗਤ ਦੇ ਭਗਵਾਨ ਨਾਲ ਪ੍ਰੇਮ ਦੁਆਰਾ ਭਾਵ ਸਮਾਧੀ ਲੱਗ ਜਾਂਦੀ ਹੈ। ਭਗਤ ਦੀ ਸਮਾਧੀ ਉਸ ਦੇ ਸਰੀਰ ਨੂੰ ਹਿਲਾ ਕੇ ਜਾਂ ਸ਼ੰਖ ਵਜਾ ਕੇ ਤੋੜੀ ਜਾ ਸਕਦੀ ਹੈ, ਜਿਵੇਂ ਭਗਵਾਨ ਨੇ ਭਗਤ ਪ੍ਰਹਲਾਦ ਦੀ ਸਮਾਧੀ ਸ਼ੰਖ ਵਜਾ ਕੇ ਤੋੜੀ ਸੀ। ਕਿਉਂਕਿ ਪ੍ਰਹਲਾਦ ਜਿਹੜੇ ਬੈਠਾ ਸਮਾਧੀ 'ਚ ਅਤੇ ਮਹਾਰਾਜ ਨੇ ਸ਼ੰਖ ਵਜਾ ਦਿੱਤਾ, ਉਹ ਜਿਹੜੀ ਧੁਨ ਸੀ ਉਹਦੇ ਨਾਲ ਫਿਰ ਸਮਾਧੀ ਉਹਦੀ ਖੁੱਲ੍ਹ ਗਈ ਸੀ। ਜੋ ਮਨੁੱਖ ਪਰਮਾਤਮਾ ਦਾ ਇੰਨਾ ਭਗਤ ਹੁੰਦਾ ਹੈ ਕਿ ਜਾਗਦੇ ਸੌਂਦੇ ਉੱਠਦੇ ਬੈਠਦੇ ਪਰਮਾਤਮਾ ਨੂੰ ਹੀ ਮਹਿਸੂਸ ਕਰਦਾ ਹੈ, ਉਸ ਦੇ ਹੀ ਗੁਣ ਗਾਉਂਦਾ ਹੈ, ਉਹ ਆਪਣੇ ਭਗਤੀ ਭਾਵ ਨਾਲ ਸਮਾਧੀ ਨੂੰ ਪ੍ਰਾਪਤ ਹੋ ਜਾਂਦਾ ਹੈ। ਕਿਉਂਕਿ ਇੱਕ ਤਾਂ ਹਠ ਯੋਗ ਨਾ, ਇੱਕ ਫਿਰ ਜਿਵੇਂ ਭਜਨ ਕਰਦੇ ਆ ਸੋ ਤੇ ਸਿੱਧੇ ਮਨ ਟਿਕ ਜਾਂਦਾ। ਇੱਕ ਜਿਹੜੇ ਭਗਤ ਆ ਉਹਨਾਂ ਦੇ ਅੰਦਰ ਸ਼ਰਧਾ ਭਗਤੀ ਹੁੰਦੀ ਹੈ, ਉਹਦੇ ਨਾਲ ਹੀ ਉਹਨਾਂ ਦੀ ਸਮਾਧੀ ਲੱਗ ਜਾਂਦੀ ਹੈ। ਪਰਮਾਤਮਾ 'ਤੇ ਭਰੋਸਾ ਰੱਖਣ ਨਾਲ ਵੀ ਸਮਾਧੀ ਪ੍ਰਾਪਤ ਹੋ ਜਾਂਦੀ ਹੈ। ਕਿਉਂ ਗੁਰੂ ਦੀ ਕਿਰਪਾ ਹੋ ਜਾਏ ਫਿਰ ਸੁਤੇ ਸਿੱਧੇ ਹੀ ਮਨ ਟੇਕ ਕੇ ਸਮਾਧੀ ਲੱਗ ਜਾਂਦੀ ਹੈ। ਈਸ਼ਵਰ ਵਿਸ਼ਵਾਸ ਜਾਂ ਈਸ਼ਵਰ ਸਰਨਾਗਤੀ ਨਾਲ ਸਮਾਧੀ ਇਸ ਲਈ ਸਿੱਧ ਹੋ ਜਾਂਦੀ ਹੈ। ਜਦੋਂ ਆਪਣਾ ਆਪ ਗੁਰੂ ਨੂੰ ਸਮਰਪਿਤ ਕਰਤਾ, ਉਹਨਾਂ ਦੀ ਸੇਵਾ ਕਰਦਾ, ਉਹ ਸੇਵਾ ਤੋਂ ਖੁਸ਼ ਹੋ ਕੇ ਆਸ਼ੀਰਵਾਦ ਦੇ ਦਿੰਦੇ। ਕਹਿੰਦੇ ਇਵੇਂ ਵੀ ਹੋ ਜਾਂਦੀ ਹੈ, ਕਿਉਂਕਿ ਸਮਾਧੀ ਦੇ ਲਈ ਮਨ ਦੀ ਚੰਚਲਤਾ ਦਾ ਦੂਰ ਹੋਣਾ ਜ਼ਰੂਰੀ ਹੈ। ਈਸ਼ਵਰ ਵਿਸ਼ਵਾਸ ਨਾਲ ਮਨ ਇਕਾਗਰ ਹੋ ਜਾਂਦਾ ਹੈ। ਜਦੋਂ ਮਨ ਇਕਾਗਰ ਹੋ ਗਿਆ ਤਾਂ ਸਮਾਧੀ ਲੱਗਣ 'ਚ ਦੇਰ ਨਹੀਂ ਲੱਗਦੀ। ਸੱਚਾ ਭਗਤ ਜਦ ਦਿਲ ਲਾ ਕੇ ਇਕਾਂਤ ਵਿੱਚ ਬੈਠਦਾ ਹੈ ਅਤੇ ਈਸ਼ਵਰ ਤੋਂ ਇਲਾਵਾ ਕਿਸੇ ਵਸਤੂ ਦਾ ਖਿਆਲ ਨਹੀਂ ਕਰਦਾ, ਤਾਂ ਉਸ ਦੀ ਸੱਚੀ ਭਗਤੀ ਹੀ ਇੱਕ ਦਿਨ ਸਮਾਧੀ ਦਾ ਰੂਪ ਧਾਰਨ ਕਰ ਲੈਂਦੀ ਹੈ। ਐਸੇ ਭਗਤ ਵੀ ਹੋਏ ਹਨ ਜਿਨ੍ਹਾਂ ਨੇ
ਪ੍ਰਭੂ ਭਗਤੀ ਦੇ ਭਰੋਸੇ ਹੀ ਸਮਾਧੀ ਪ੍ਰਾਪਤ ਕਰ ਲਈ ਸੀ, ਜਿਵੇਂ ਭਗਤ ਪ੍ਰਹਲਾਦ ਅਤੇ ਮੀਰਾਬਾਈ। ਇਸ ਤਰ੍ਹਾਂ ਕੀਰਤਨ ਨਾਲ ਵੀ ਸਮਾਧੀ ਲੱਗ ਜਾਂਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਈਸ਼ਵਰ ਪਰਨਿਧਾਨ ਭਾਵ ਈਸ਼ਵਰ ਸਰਨਾਗਤ, ਈਸ਼ਵਰ ਦੀ ਸ਼ਰਨ ਗ੍ਰਹਿਣ ਕਰਨੀ ਜਾਂ ਈਸ਼ਵਰ ਭਗਤੀ ਨਾਲ ਵੀ ਸਮਾਧੀ ਲੱਗ ਜਾਂਦੀ ਹੈ, ਤਾਂ ਯੋਗ ਦੇ ਅੰਗਾਂ ਭਾਵ ਆਸਣ, ਪ੍ਰਾਣਾਯਾਮ ਆਦਿ ਦੀ ਵੀ ਜ਼ਰੂਰਤ ਹੈ, ਜਿਸ ਦਾ ਕਾਰਨ ਇਹ ਹੈ ਕਿ ਈਸ਼ਵਰ ਭਗਤੀ ਵਿੱਚ ਸੱਚਾ ਔਰ ਤਾਂ ਲੱਖਾਂ ਵਿੱਚ ਇੱਕ ਹੁੰਦਾ ਹੈ। ਕਹਿੰਦੇ ਵੀ ਹੈ ਤਾਂ ਬਹੁਤ ਆ, ਸੱਚਾ ਤਾਂ ਕੋਈ ਹੁੰਦਾ ਨਾ, ਬਾਕੀ ਤਾਂ ਨਾਮ ਦੇ ਭਗਤ ਹੁੰਦੇ ਆ। ਕਈ ਹੁਣ ਨਾਂ ਰਖਾ ਲਿਆ ਕਿ ਭਗਤ ਜੀ ਆ, ਪਰ ਉਹਨਾਂ 'ਚੋਂ ਸੱਚਾ ਭਗਤ ਤਾਂ ਕੋਈ ਹੁੰਦਾ ਨਾ। ਜੋ ਲੋਕ ਈਸ਼ਵਰ ਭਗਤੀ ਵਿੱਚ ਅਟਲ ਨਹੀਂ ਰਹਿ ਸਕਦੇ ਅਤੇ ਜਿਨ੍ਹਾਂ ਦਾ ਮਨ ਬੜਾ ਚੰਚਲ ਹੈ, ਐਸੇ ਰਜੋਗੁਣੀ ਲੋਕਾਂ ਦੇ ਲਈ ਦੂਸਰੇ ਉਪਾਅ ਜ਼ਰੂਰੀ ਹਨ, ਜਿਨ੍ਹਾਂ ਨਾਲ ਉਹ ਆਪਣੇ ਮਨ 'ਤੇ ਕਾਬੂ ਪਾ ਸਕੇ ਅਤੇ ਮਨ ਦੀ ਚੰਚਲਤਾ ਨੂੰ ਦੂਰ ਕਰ ਸਕੇ ਅਤੇ ਫਿਰ ਸਮਾਧੀ ਪ੍ਰਾਪਤ ਕਰ ਸਕੇ। ਸਮਾਧੀ ਦੀਆਂ ਕਿਸਮਾਂ। ਅਸਲ ਵਿੱਚ ਚਿੱਤ ਦੀ ਅਸਥਿਰਤਾ, ਜਿਹੜਾ ਟਿਕਾ ਹੀ ਚਿੱਤ ਦੀ ਅਸਥਿਰਤਾ ਟਿਕਾ ਨਾ ਹੋਣਾ ਹੀ ਸੰਸਾਰ ਹੈ, ਕਿਉਂਕਿ ਕਰਤਾਰ ਵਿੱਚ ਬਿਰਤੀ ਲੱਗ ਜਾਏ ਤੇ ਮਨ ਟਿਕ ਜਾਂਦਾ, ਸੰਸਾਰ ਨਾਲ ਜੁੜਿਆ ਤੇ ਚੰਚਲ ਹੋ ਜਾਂਦਾ ਹੈ। ਅਤੇ ਚਿੱਤ ਦੀ ਸਥਿਰਤਾ ਹੀ ਮੁਕਤੀ ਹੈ। ਜਦੋਂ ਚਿੱਤ ਸਥਿਰ ਹੋ ਜਾਂਦਾ, ਟਿਕ ਜਾਂਦਾ ਫੁਰਨਿਆਂ ਤੋਂ ਰਹਿਤ, ਉਹ ਹੀ ਮੁਕਤੀ ਹੈ। ਚਿੱਤ ਨੂੰ ਚੱਲ ਅਵਸਥਾ ਵਿੱਚ ਹੀ ਸੰਸਾਰ ਭਾਸਦਾ ਹੈ। ਜਦੋਂ ਮਨ ਦੌੜਾ ਫਿਰਦਾ ਉਹਨੂੰ ਸੰਸਾਰ ਦਿਸ ਰਿਹਾ, ਅਚਲ ਅਵਸਥਾ ਵਿੱਚ ਨਹੀਂ। ਜਦੋਂ ਬਿਰਤੀ ਅਚਲ ਹੋ ਜਾਂਦੀ ਹੈ ਫਿਰ ਪਰਮਾਤਮਾ ਨਜ਼ਰ ਆਉਂਦਾ ਹੈ। ਇਸ ਲਈ ਜੇਕਰ ਸਥਿਰ ਚਿੱਤ ਨੂੰ ਹੀ ਮੁਕਤੀ ਕਹਿ ਦਿੱਤਾ ਜਾਵੇ ਤਾਂ ਗਲਤ ਨਹੀਂ ਹੋਵੇਗਾ, ਕਿਉਂਕਿ ਸਥਿਰ ਚਿੱਤ ਆਸਣ ਇਹ ਜਿਹੜਾ ਚਿੱਤ ਸਥਿਰ ਹੋ ਜਾਣਾ, ਸਭ ਚੀਜ਼ਾਂ ਦਾ ਖਿਆਲ ਰੱਖਣਾ, ਸਰਵ ਸਥਿਰਤਾ ਹੈ ਅਤੇ ਇੱਕ ਚੀਜ਼ ਦਾ ਖਿਆਲ ਰੱਖਣਾ ਇਕਾਗਰਤਾ ਹੈ। ਅਤੇ ਜਿਹੜਾ ਸਾਰੀਆਂ ਚੀਜ਼ਾਂ ਵੱਲ ਖਿਆਲ ਰੱਖਣਾ ਸਰਵ ਅਸਥਿਰਤਾ ਹੈ, ਅਤੇ ਉਹ ਸਾਰੇ ਪਾਸੋਂ ਮਨ ਇੱਧਰ ਉੱਧਰ ਭਟਕਦਾ। ਅਤੇ ਜਿਹੜਾ ਇੱਕ ਚੀਜ਼ ਦਾ ਖਿਆਲ ਰੱਖਣਾ ਪਰਮਾਤਮਾ ਦਾ, ਉਹ ਇਕਾਗਰਤਾ ਹੈ। ਸਮਾਧੀ ਵਿੱਚ ਸਭ ਚੀਜ਼ਾਂ ਦਾ ਖਿਆਲ ਗੁੰਮ ਹੋ ਜਾਂਦਾ ਹੈ। ਜਦੋਂ ਸਮਾਧੀ ਲੱਗ ਜਾਂਦੀ ਹੈ ਫਿਰ ਤੇ ਇੱਕੋ ਇੱਕ ਪਰਮਾਤਮਾ ਹੀ ਉਹਦੇ 'ਚ ਸੁਰਤੀ ਟਿਕ ਜਾਂਦੀ ਹੈ ਅਤੇ ਸਿਰਫ ਇੱਕ ਹੀ ਚੀਜ਼ ਦਾ ਖਿਆਲ ਰੱਖਦਾ ਹੈ। ਮਨ ਦੀ ਇਸ ਅਵਸਥਾ ਨੂੰ ਸਮਾਧੀ ਪਰਿਣਾਮ ਕਹਿੰਦੇ ਹਨ। ਕਿਉਂਕਿ ਮਨ ਦਾ ਜਿਹੜਾ ਬਦਲ ਜਾਣਾ ਇਹ ਸਮਾਧੀ ਹੈ, ਕਿਉਂਕਿ ਮਨ ਦਾ ਸੁਭਾਅ ਚੰਚਲ ਆ, ਚੰਚਲਤਾ ਖਤਮ ਹੋ ਗਈ ਅਤੇ ਸਮਾਧੀ ਹੋ ਗਈ। ਭਾਵ ਸਭ ਤਰ੍ਹਾਂ ਦੇ ਵਿਸ਼ਿਆਂ ਤੋਂ ਚਿੰਤਨ ਕਰਨ ਦੀ ਬਿਰਤੀ ਦਾ ਨਾ ਹੋਣਾ ਅਤੇ ਇੱਕ ਹੀ ਧੇ ਵਸਤੂ ਨੂੰ ਚਿੰਤਨ ਕਰਨ ਵਾਲੀ ਇਕਾਗਰਤਾ ਅਵਸਥਾ ਦਾ ਪੈਦਾ ਹੋ ਜਾਣਾ ਹੀ ਚਿੱਤ ਦਾ ਸਮਾਧੀ ਪਰਿਣਾਮ ਹੈ। ਇਸ ਤਰ੍ਹਾਂ ਸਮਾਧੀ ਦੋ ਤਰ੍ਹਾਂ ਦੀ ਹੈ, ਇੱਕ ਜਿਸ ਵਿੱਚ ਕਿਸੇ ਚੀਜ਼ ਦਾ ਖਿਆਲ ਰੱਖਿਆ ਜਾਵੇ, ਦੂਸਰੀ ਜਿਸ ਵਿੱਚ ਕਿਸੇ ਵੀ ਚੀਜ਼ ਦਾ ਖਿਆਲ ਤੱਕ ਨਾ ਰੱਖਿਆ ਜਾਵੇ। ਜਿਸ ਨਾਲ ਕਿਸੇ ਚੀਜ਼ ਦੇ ਬਾਰੇ ਖਿਆਲ ਪੈਦਾ ਹੋਵੇ ਉਸ ਨੂੰ ਹੀ ਮਨ ਕਹਿੰਦੇ ਹਨ। ਮਨ ਹੀ ਵਿਚਾਰਾਂ ਦੇ ਪੈਦਾ ਹੋਣ ਦਾ ਕਾਰਨ ਅਤੇ ਸਰੋਤ ਹੈ। ਇਸ ਲਈ ਮਨ ਵਿਚਾਰਾਂ ਦਾ ਚਸ਼ਮਾ ਹੈ। ਜਿੰਨੇ ਵੀ ਖਿਆਲ ਹੈ, ਜਿਵੇਂ ਚਸ਼ਮੇ 'ਚੋਂ ਪਾਣੀ ਫੁੱਟਦਾ ਉਹ ਮਨ 'ਚ ਹੀ ਹੈ ਨਾ। ਜਦ ਇਸ ਨਾਲ ਲਹਿਰਾਂ ਉੱਠਦੀਆਂ ਹਨ ਤਾਂ ਇਹ ਚੰਚਲ ਰਹਿੰਦਾ ਹੈ ਅਤੇ ਜਦੋਂ ਇਸ ਵਿੱਚ ਕੋਈ ਵਿਚਾਰ ਹੀ ਨਹੀਂ ਉੱਠਦਾ ਅਤੇ ਚੁੱਪਚਾਪ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਸ਼ਾਂਤ ਰਹਿੰਦਾ ਹੈ। ਮਨ ਦੀਆਂ ਇਹ ਦੋ ਹੀ ਅਵਸਥਾ ਹੁੰਦੀਆਂ ਹਨ, ਭਾਵ ਚੰਚਲ ਅਤੇ ਸ਼ਾਂਤ। ਜਾਂ ਤਾਂ ਸ਼ਾਂਤ ਹੋ ਗਿਆ ਜਾਂ ਚੰਚਲ, ਕਿਉਂਕਿ ਜੇ ਸਿਮਰਨ ਕਰੇਗਾ ਮਹਾਰਾਜ ਦੀ ਸੁਰਤੀ ਜੁੜ ਗਈ, ਸ਼ਾਂਤ ਹੋ ਗਿਆ, ਸੰਸਾਰੀ ਚੀਜ਼ਾਂ ਵੱਲ ਚਲੇ ਗਿਆ ਅਤੇ ਫਿਰ ਚੰਚਲ ਹੋ ਗਿਆ। ਜਦ ਮਨ ਇਕਾਗਰ ਹੋ ਜਾਂਦਾ ਹੈ ਤਾਂ ਉਸ ਸਮੇਂ ਸ਼ਾਂਤ ਹੁੰਦਾ ਹੈ ਅਤੇ ਜਦੋਂ ਚਲਾਏ ਮਨ ਹੁੰਦਾ ਹੈ ਉਸ ਸਮੇਂ ਚੰਚਲ ਹੁੰਦਾ ਹੈ।
ਚੰਚਲ ਅਵਸਥਾ ਵਿੱਚ ਨਾ ਤਾਂ ਸਮਾਧੀ ਹੁੰਦੀ ਹੈ ਅਤੇ ਨਾ ਹੀ ਧਿਆਨ ਲੱਗਦਾ ਹੈ। ਇਸ ਲਈ ਜਿੱਥੇ ਤੱਕ ਹੋ ਸਕੇ ਮਨ ਦੀ ਚੰਚਲਤਾ ਨੂੰ ਮਾਰੋ। ਚਲਾਏ ਮਨ ਅਤੇ ਇਕਾਗਰ ਵਿਚਾਰ ਲੁਕਦੇ ਅਤੇ ਪ੍ਰਗਟ ਹੁੰਦੇ ਰਹਿੰਦੇ ਹਨ। ਜਿਸ ਸਮੇਂ ਇਕਾਗਰਤਾ ਹੁੰਦੀ ਹੈ ਉਸ ਸਮੇਂ ਮਨ ਕੁਝ ਸਮੇਂ ਲਈ ਰੁਕ ਜਾਂਦਾ ਹੈ, ਪਰ ਉਸ ਸਮੇਂ ਇਸ ਵਿੱਚ ਚੰਚਲਤਾ ਵੀ ਮੌਜੂਦ ਹੁੰਦੀ ਹੈ। ਪਰ ਕਹਿੰਦੇ ਆ ਮਹਿਸੂਸ ਇਸ ਲਈ ਨਹੀਂ ਹੁੰਦੀ ਕਿਉਂਕਿ ਉਹ ਇਕਾਗਰਤਾ ਦੀ ਤੀਬਰ ਲਹਿਰਾਂ ਵਿੱਚ ਦਬ ਹੋ ਜਾਂਦੀ ਹੈ। ਕੋਈ ਚੀਜ਼ ਖਤਮ ਨਹੀਂ ਹੁੰਦੀ, ਕੋਈ ਸਮੇਂ ਲਈ ਦਬ ਜ਼ਰੂਰ ਹੋ ਜਾਂਦੀ ਹੈ। ਜੇਕਰ ਚੰਚਲਤਾ ਖਤਮ ਹੋ ਜਾਵੇ ਤਾਂ ਸਮਾਧੀ ਨਹੀਂ ਟੁੱਟ ਸਕਦੀ। ਸਮਾਧੀ ਉਸ ਸਮੇਂ ਖੁੱਲ੍ਹਦੀ ਹੈ ਜਦੋਂ ਇਕਾਗਰਤਾ ਦੇ ਵਿਚਾਰ ਕਮਜ਼ੋਰ ਪੈ ਜਾਂਦੇ ਹਨ ਅਤੇ ਚੰਚਲਤਾ ਦੇ ਵਿਚਾਰ ਜ਼ੋਰ ਫੜ ਜਾਂਦੇ ਹਨ। ਜਿਵੇਂ ਪਾਣੀ ਦੀ ਠੰਡਕ ਗਰਮੀ ਪਾਣੀ ਵਿੱਚ ਵੀ ਮੌਜੂਦ ਰਹਿੰਦੀ ਹੈ, ਪਰ ਅੱਗ ਦੀ ਗਰਮੀ ਨੇ ਇਸ ਠੰਡਕ ਨੂੰ ਦੱਬਿਆ ਹੋਇਆ ਹੈ। ਜਿਉਂ ਹੀ ਗਰਮੀ ਘਟੀ ਠੰਡਕ ਜਲਦੀ ਹੀ ਪ੍ਰਗਟ ਹੋ ਜਾਂਦੀ ਹੈ, ਕਿਉਂ ਪਾਣੀ ਦਾ ਸੁਭਾਅ ਤਾਂ ਠੰਡਾ ਹੈ ਨਾ, ਅੱਗ ਦੇ ਨਾਲ ਗਰਮ ਹੁੰਦਾ। ਜਦੋਂ ਅੱਗ ਤੋਂ ਪਰੇ ਹੋ ਗਿਆ ਕੋਈ ਸਮੇਂ ਬਾਅਦ ਆਪੇ ਠੰਡਾ ਹੋ ਜਾਂਦਾ ਹੈ ਅਤੇ ਪਾਣੀ ਵਿੱਚ ਠੰਡਾ ਮਹਿਸੂਸ ਲੱਗਣ ਲੱਗ ਪੈਂਦਾ ਹੈ। ਜਿਵੇਂ ਲੋਹੇ ਨੂੰ ਲਾਲ ਗਰਮ ਬਣਾਈ ਰੱਖਣ ਲਈ ਉਸ ਨੂੰ ਅੱਗ ਵਿੱਚ ਹੀ ਰੱਖਣਾ ਪੈਂਦਾ ਹੈ। ਇਸ ਤਰ੍ਹਾਂ ਮਨ ਦੀ ਇਕਾਗਰਤਾ ਨੂੰ ਲਗਾਤਾਰ ਅਭਿਆਸ ਨਾਲ ਸਮਾਧੀ ਅਵਸਥਾ ਵਿੱਚ ਪਹੁੰਚਾਉਣਾ ਪੈਂਦਾ ਹੈ, ਕਿਉਂਕਿ ਵਾਰ-ਵਾਰ ਅਭਿਆਸ ਕਰਨੇ ਨਾਲ ਫਿਰ ਇਕਾਗਰਤਾ ਹੁੰਦੀ ਹੈ। ਮਨ ਹਰ ਸਮੇਂ ਕਿਸੇ ਨਾ ਕਿਸੇ ਚੀਜ਼ ਦੇ ਬਾਰੇ ਸੋਚਦਾ ਰਹਿੰਦਾ ਹੈ। ਸਾਡੇ ਵਿਚਾਰ ਦੋ ਹੀ ਗੱਲਾਂ ਬਾਰੇ ਹੋ ਸਕਦੇ ਹਨ, ਇੱਕ ਬਾਹਰੀ ਜਾਂ ਸੰਸਾਰਕ ਕਹਿ ਲਓ, ਦੂਜੇ ਅੰਦਰੂਨੀ ਜਾਂ ਰੂਹਾਨੀ। ਜਦੋਂ ਬਾਹਰ ਦੇ ਸੰਸਕਾਰ ਵਿਚਾਰ ਮਨ ਵਿੱਚੋਂ ਕੱਢ ਦਿੱਤੇ ਜਾਣ ਤਾਂ ਮਨ ਦੀ ਗਤੀ ਬਾਹਰ ਵੱਲ ਰੁਕ ਜਾਂਦੀ ਹੈ ਅਤੇ ਸਿਵਾਏ ਅੰਦਰ ਜਾਣ ਦੇ ਹੋਰ ਕਿਸੇ ਪਾਸੇ ਨਹੀਂ ਜਾ ਸਕਦੀ ਤੇ ਅੰਦਰ ਵੱਲ ਜੀਵਾਤਮਾ ਹੈ। ਇਸ ਲਈ ਜ਼ਰੂਰ ਹੀ ਉਸ ਸਮੇਂ ਮਨ ਦੇ ਸਾਹਮਣੇ ਜੀਵਾਤਮਾ ਹੁੰਦਾ ਹੈ। ਜੀਵਾਤਮਾ ਜਿਹਾ ਵੀ ਹੈ ਅਤੇ ਜਿਸ ਸੁਭਾਅ ਵਾਲਾ ਹੈ ਉਸ ਸਮੇਂ ਮਨ ਵੀ ਅੱਗੇ ਹੁੰਦਾ ਹੈ ਅਤੇ ਉਸ ਦਾ ਅਸਲੀ ਜਾਂ ਸੱਚਾ ਸਰੂਪ ਮਨ ਵਿੱਚ ਉਕਰਿਆ ਹੁੰਦਾ ਹੈ। ਇਸ ਲਈ ਬਿਨਾਂ ਸਮਾਧੀ ਦੇ ਜੀਵਾਤਮਾ ਨੂੰ ਆਪਣੇ ਆਪ ਦਾ ਗਿਆਨ ਨਹੀਂ ਹੁੰਦਾ। ਜਿਵੇਂ ਬਿਨਾਂ ਸ਼ੀਸ਼ੇ ਦੇ ਅਸੀਂ ਮੂੰਹ ਨਹੀਂ ਦੇਖ ਸਕਦੇ ਕਿ ਉਹ ਕਿਸ ਤਰ੍ਹਾਂ ਦਾ ਹੈ। ਅੱਖਾਂ ਹੁਣ ਦੂਏ ਨੂੰ ਦੇਖਦੀਆਂ, ਆਪਣੇ ਆਪ ਨੂੰ ਥੋੜ੍ਹੀ ਦੇਖਦੀਆਂ। ਅਤੇ ਜੇ ਸ਼ੀਸ਼ਾ ਕਰਾਂਗੇ ਆਪਣਾ ਚਿਹਰਾ ਸ਼ੀਸ਼ੇ ਦੁਆਰਾ ਦਿਸੂਗਾ, ਉਹ ਕਿਸ ਤਰ੍ਹਾਂ ਦਾ ਹੈ। ਇਸੇ ਤਰ੍ਹਾਂ ਮਨ ਵੀ ਆਤਮਾ ਨੂੰ ਇੱਕ ਸ਼ੀਸ਼ੇ ਦਾ ਕੰਮ ਦਿੰਦਾ ਹੈ, ਜਿਸ ਵਿੱਚ ਜੀਵਾਤਮਾ ਨੂੰ ਆਪਣੇ ਆਪ ਦਾ ਗਿਆਨ ਹੋ ਸਕਦਾ ਹੈ। ਇਸ ਲਈ ਇਕਾਗਰਤਾ ਦੇ ਵਿਚਾਰ ਨਾਲ ਸਮਾਧੀ ਦੋ ਤਰ੍ਹਾਂ ਦੀ ਹੁੰਦੀ ਹੈ। ਨੰਬਰ 1, ਸੰਪਰਗਿਆਤ ਸਮਾਧੀ। ਇਸ ਵਿੱਚ ਬਾਹਰੀ ਜਾਂ ਸੰਸਾਰ ਦੀਆਂ ਗੱਲਾਂ ਦਾ ਗਿਆਨ ਮੌਜੂਦ ਰਹਿੰਦਾ ਹੈ। ਇਸ ਲਈ ਆਪਣੇ ਧੇ ਦੇ ਨਾਮ ਰੂਪ ਦਾ ਗਿਆਨ ਰਹਿੰਦਾ ਹੈ। ਉਸ ਵੇਲੇ ਮਤਲਬ ਜਿਹੜਾ ਧਿਆਨ ਕਰਦਾ ਹੈ ਉਹਦੇ 'ਚ ਵੀ ਇਹਦਾ ਖਿਆਲ ਬਣਿਆ ਰਹਿੰਦਾ ਹੈ। ਇਸ ਵਿੱਚ ਧਿਆਤਾ ਧਿਆਨ ਅਤੇ ਧਿਆਤਾ ਧਿਆਉਣ ਵਾਲਾ ਤੇ ਉਹ ਵਸਤੂ ਜਿਹਦਾ ਧਿਆਨ ਕੀਤਾ ਜਾਂਦਾ ਹੈ ਇਹਦਾ ਗਿਆਨ ਰਹਿੰਦਾ ਹੈ। ਇਸ ਨੂੰ ਸਾਵਕਲਪ ਸਾਵਿਚਾਰ ਤੇ ਸਾਵਿਤਰਕ ਸਮਾਧੀ ਵੀ ਕਹਿ ਦਿੰਦੇ ਆ। ਚੀਜ਼ ਇੱਕੋ ਹੀ ਆ, ਨਾਮ ਵੱਖਰੇ ਵੱਖਰੇ ਆ। ਇਸ ਲਈ ਮੁਕਤੀ ਪ੍ਰਾਪਤ ਨਹੀਂ ਹੁੰਦੀ। ਇਸ ਲਈ ਨਿਤ ਸੰਕਲਪ ਸਮਾਧੀ ਦੇ ਲਈ ਯਤਨ ਕਰਨਾ ਚਾਹੀਦਾ ਹੈ। ਨਿਰਵਿਕਲਪ ਸਮਾਧੀ ਦੇ ਲਈ ਯਤਨ ਕਰਨਾ ਚਾਹੀਦਾ ਕਿ ਉਸ ਵੇਲੇ ਕੋਈ ਫੁਰਨਾ ਰਹੇ ਹੀ ਨਾ। ਦੂਸਰਾ ਹੈ ਅਸੰਪਰਗਿਆਤ ਸਮਾਧੀ। ਇਸ ਵਿੱਚ ਬਾਹਰ ਦੇ ਸੰਸਾਰ ਦਾ ਬਿਲਕੁਲ ਗਿਆਨ ਨਹੀਂ ਰਹਿੰਦਾ। ਇਸ ਵਿੱਚ ਆਪਣੇ ਧੇ ਦਾ ਨਾਮ ਰੂਪ ਸਿਮਰਨ ਜਾਂ ਗਿਆਨ ਨਹੀਂ ਰਹਿੰਦਾ। ਇਸ ਵਿੱਚ ਧਿਆਤਾ ਧਿਆਨ ਅਤੇ ਧੇ ਦਾ ਗਿਆਨ ਵੀ ਨਹੀਂ ਰਹਿੰਦਾ।
ਇੱਥੇ ਕੇਵਲ ਧੇ ਪਦਾਰਥ ਹੀ ਮਹਿਸੂਸ ਹੁੰਦਾ। ਉਹ ਤਾਂ ਫਿਰ ਜਿਵੇਂ ਹੁਣ ਨਦੀ ਪਾਣੀ 'ਚ ਰਲ ਕੇ ਸਮੁੰਦਰ ਰੂਪ ਹੋ ਗਈ, ਉਹਦਾ ਆਪਣਾ ਤਾਂ ਕੋਈ ਵਜੂਦ ਹੀ ਨਹੀਂ ਰਹਿੰਦਾ। ਇਸੇ ਤਰ੍ਹਾਂ ਜਦੋਂ ਪਰਮਾਤਮਾ 'ਚ ਭੇਦ ਹੋ ਗਿਆ, ਫਿਰ ਇਹਦਾ ਆਪਣਾ ਆਪ ਤਾਂ ਨਹੀਂ, ਫਿਰ ਤਾਂ ਉਹਦਾ ਹੀ ਰੂਪ ਹੋ ਜਾਂਦਾ ਹੈ। ਇੱਥੇ ਕੇਵਲ ਧੇ ਪਦਾਰਥ ਹੀ ਮਹਿਸੂਸ ਹੁੰਦਾ ਹੈ ਅਤੇ ਚਿੱਤ ਧੇ ਨਾਲ ਤਦਾਕਾਰ ਮਿਲ ਕੇ ਉਹਦਾ ਹੀ ਰੂਪ ਹੋ ਜਾਂਦਾ ਹੈ ਅਤੇ ਮਨ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਇਸ ਨੂੰ ਨਿਰਵਿਕਲਪ, ਨਿਰਵਿਤਰਕ, ਨਿਰਵਿਕਲਪ ਜਾਂ ਨਿਰਬੀਜ ਸਮਾਧੀ ਵੀ ਕਹਿੰਦੇ ਹਨ। ਇਹ ਸਮਾਧੀ ਮੁਕਤੀ ਦਿਵਾਉਂਦੀ ਹੈ। ਭਰਤ ਜੀ ਨੇ ਕਿਹਾ ਕਿ ਮੇਰੀ ਇਹੋ ਜਿਹੀ ਸਮਾਧੀ ਲੱਗ ਜਾਏ ਕਿ ਜਿਹੜੇ ਹਰਨ ਆ ਨਾ, ਉਹ ਸਿੰਘਾਂ ਨਾਲ ਮੇਰੇ ਪਿੰਡੇ ਦੇ ਆ ਕੇ ਖਾਜ ਕਰਨ ਅਤੇ ਮੈਨੂੰ ਇਹ ਨਾ ਪਤਾ ਹੋਵੇ ਕਿ ਹਰਨ ਮੇਰੇ ਸਰੀਰ ਨੂੰ ਖੁਰਕ ਰਹੇ ਹੈ। ਇਸ ਨੂੰ ਨਿਰਵਿਤਰਕ, ਨਿਰਵਿਕਲਪ ਜਾਂ ਨਿਰਬੀਜ ਸਮਾਧੀ ਵੀ ਕਹਿੰਦੇ ਹਨ। ਇਹ ਸਮਾਧੀ ਮੁਕਤੀ ਦਿਵਾਉਂਦੀ ਹੈ। ਧਿਆਨ ਕਰਦੇ ਕਰਦੇ ਜਦੋਂ ਚਿੱਤ ਅਹੰ ਭਾਵ ਦੀ ਹੱਦ ਸੀਮਾ ਤੋਂ ਦੂਰ ਜਾ ਕੇ ਬ੍ਰਹਮ ਵਿੱਚ ਸਥਿਰ ਹੋ ਜਾਂਦਾ ਹੈ ਤਾਂ ਉਹੀ ਅਵਸਥਾ ਨਿਰਵਿਕਲਪ ਸਮਾਧੀ ਕਹਾਉਂਦੀ ਹੈ। ਜਦੋਂ ਮਨ ਵਿੱਚ ਸੰਸਕਾਰਾਂ ਦਾ ਨਾਸ ਹੋ ਜਾਂਦਾ ਹੈ, ਜਿਸ ਨਾਲ ਮਨ ਵਿੱਚ ਕੋਈ ਬਿਰਤੀ ਨਹੀਂ ਉੱਠ ਸਕਦੀ, ਭਾਵ ਜਦੋਂ ਮਨ ਬਿਲਕੁਲ ਮਰ ਜਾਂਦਾ ਹੈ ਅਤੇ ਮਨ ਵਿੱਚ ਜਨਮ ਮਰਨ ਚੱਕਰ ਵਿੱਚ ਬੀਜਣ ਵਾਲਾ ਕੋਈ ਬੀਜ, ਭਾਵ ਕੋਈ ਸੰਸਕਾਰ ਬਾਕੀ ਨਹੀਂ ਰਹਿੰਦਾ, ਤਾਂ ਉਸ ਨੂੰ ਨਿਰਬੀਜ ਸਮਾਧੀ ਕਹਿੰਦੇ ਹਨ। ਇਸ ਨਾਲ ਮਨੁੱਖ ਜਨਮ ਮਰਨ ਦੇ ਚੱਕਰ ਵਿੱਚੋਂ ਛੁੱਟ ਜਾਂਦਾ ਹੈ। ਕਿਉਂਕਿ ਨਹੀਂ ਤਾਂ ਫੁਰਨਾ ਜਿਹੜਾ ਆ, ਉਹ ਜਿਹੜੇ ਫੁਰਨਿਆਂ ਦੇ ਬੀਜ ਆ, ਜਿੱਧਰ ਦਾ ਫੁਰਨਾ ਉੱਧਰ ਹੀ ਉਹ ਲਈ ਫਿਰਦੇ ਆ ਅਤੇ ਇਹਦਾ ਜੰਮਣਾ ਮਰਨਾ ਜਿਹੜਾ ਤੁਰਿਆ ਰਹਿੰਦਾ ਹੈ। ਨਿਰਵਿਕਲਪ ਸਮਾਧੀ ਅਤੇ ਸੁਖੋਪਤੀ ਵਿੱਚ ਅੰਤਰ। ਕਿਉਂਕਿ ਜਿਹੜੇ ਗਾੜੀ ਨਹੀਂ ਸੁੱਤਾ ਹੁੰਦਾ ਨਾ, ਫੁਰਨਾ ਤਾਂ ਕੋਈ ਹੁੰਦਾ ਨਹੀਂ, ਸਿਰਫ ਆਨੰਦਮੈ ਕੋਸ਼ ਹੁੰਦਾ, ਆਨੰਦ ਦਾ ਭਾਨ ਹੁੰਦਾ ਹੈ। ਮਨ ਨੂੰ ਸਕਲਪ ਕਲਪ ਰਹਿਤ ਅਵਸਥਾ ਵਿੱਚ ਪਹੁੰਚਾ ਦੇਣਾ ਹੀ ਨਿਰਵਿਕਲਪ ਸਮਾਧੀ ਹੈ। ਨਿਰਵਿਕਲਪ ਸਮਾਧੀ ਕੀ ਹੈ? ਕੋਈ ਇੱਧਰ ਉੱਧਰ ਫੁਰਨਾ ਹੀ ਨਹੀਂ ਰਹਿ ਜਾਂਦਾ। ਮੂਰਛਾ ਜਾਂ ਸੁਖੋਪਤੀ ਗਾੜੀ ਨੀਂਦ ਦੇ ਬਾਅਦ ਮਨ ਦੀ ਬਿਰਤੀ ਜਿਉਂ ਦੀਆਂ ਤਿਉਂ ਹੀ ਬਣੀ ਰਹਿੰਦੀ ਹੈ। ਕਾਮੀ ਦਾ ਕਾਮ, ਕ੍ਰੋਧੀ ਦਾ ਕ੍ਰੋਧ, ਲੋਭੀ ਦਾ ਲੋਭ ਉਸ ਤਰ੍ਹਾਂ ਦਾ ਹੀ ਰਹਿੰਦਾ ਹੈ। ਹੁਣ ਜੀ ਸੁਖੋਪਤ ਵਾਸਤਾ ਗਾੜੀ ਨਹੀਂ ਜੀ ਸੁੱਤਾ ਹੁੰਦਾ, ਜਿਹੜੇ ਨੀਂਦ ਟੁੱਟ ਜਾਂਦੀ ਹੈ, ਜਿਹੋ ਜਿਹੀ ਬਿਰਤੀ ਉਹੋ ਜਿਹੀ ਫੇਰ ਬਣ ਜਾਂਦੀ ਹੈ। ਇਸ ਕਰਕੇ ਉਹਨੂੰ ਸਮਾਧੀ ਨਹੀਂ ਕਹਿ ਸਕਦੇ। ਪਰ ਨਿਰਵਿਕਲਪ ਸਮਾਧੀ ਦਾ ਅਨੁਭਵ ਹੋ ਜਾਣ ਦੇ ਬਾਅਦ ਇਹ ਸਭ ਬਿਰਤੀਆਂ ਖਤਮ ਹੋ ਜਾਂਦੀਆਂ ਹਨ। ਅੰਤःਕਰਨ ਅਸੀਮ ਆਨੰਦ ਨਾਲ ਪੂਰਨ ਹੋ ਜਾਂਦਾ, ਜਿਹਦੀ ਕੋਈ ਸੀਮਾ ਨਹੀਂ। ਉਹਨੂੰ ਅਨਹਦ ਕਹਿ ਦਿਓ ਜਾਂ ਅਨਹਤ ਕਹਿ ਦਿਓ। ਅਤੇ ਜਗਤ ਦੇ ਕਾਰਨ ਭਗਵਾਨ ਦੇ ਸਾਖਿਆਤ ਦਰਸ਼ਨ ਨਾਲ, ਪ੍ਰਤੱਖ ਦਰਸ਼ਨ ਨਾਲ ਪਰਮਾਤਮਾ ਹੈ ਜਾਂ ਨਹੀਂ ਆਦਿ ਸੰਸ਼ੇ ਵੀ ਪੂਰੀ ਤਰ੍ਹਾਂ ਖਤਮ ਹੋ ਜਾਂਦੇ ਹਨ। ਇਸ ਵਿੱਚ ਮਨ ਦੀ ਬ੍ਰਹਮਾਕਾਰ ਬਿਰਤੀ ਹੁੰਦੀ ਹੈ ਅਤੇ ਸੁਖੋਪਤੀ ਵਿੱਚ ਮਨ ਦੀ ਬ੍ਰਹਮਾਕਾਰ ਬਿਰਤੀ ਨਹੀਂ ਹੁੰਦੀ, ਕਿਉਂਕਿ ਉਹ ਵੀ ਅਗਿਆਨ ਦੀ ਅਵਸਥਾ ਹੀ ਹੈ। ਕਿਉਂਕਿ ਉੱਥੇ ਬਿਰਤੀ ਸਹਿਤ ਮਨ ਹੀ ਨਹੀਂ ਹੁੰਦਾ। ਸੁਖੋਪਤੀ ਵਿੱਚ ਬਿਰਤੀ ਦਾ ਲੈ ਅਗਿਆਨ ਵਿੱਚ ਹੁੰਦਾ ਹੈ ਅਤੇ ਨਿਰਵਿਕਲਪ ਸਮਾਧੀ ਵਿੱਚ ਬਿਰਤੀ ਦਾ ਲੈ ਬ੍ਰਹਮ ਵਿੱਚ ਹੁੰਦਾ ਹੈ। ਸੁਖੋਪਤੀ ਵਿੱਚ ਆਤਮ ਗਿਆਨ ਨਹੀਂ ਹੁੰਦਾ ਹੈ। ਇਸ ਤੋਂ ਬਾਅਦ ਸੁਖੋਪਤੀ ਦੇ ਪਹਿਲਾਂ ਤਾਂ ਉਹੀ ਮਨ, ਬਾਸ਼ਰਾਵਾਂ, ਵਿਚਾਰ ਅਤੇ ਉਹੀ ਸੰਸਕਾਰ ਫਿਰ ਘੇਰ ਲੈਂਦੇ ਹਨ। ਪਰ ਸਮਾਧੀ ਵਿੱਚ ਜੋਗੀ ਪੂਰਨ ਪ੍ਰਕਾਸ਼ ਲੈ ਕੇ ਆਉਂਦਾ ਹੈ। ਉਸ ਨੂੰ ਆਤਮ ਗਿਆਨ ਹੁੰਦਾ ਹੈ। ਉਸ ਦੇ ਪੁਰਾਣੇ ਸੰਸਕਾਰ ਪੂਰੀ ਤਰ੍ਹਾਂ ਸੜ ਜਾਂਦੇ ਹਨ ਅਤੇ ਮਨ ਦਾ ਨਾਸ ਹੋ ਜਾਂਦਾ ਹੈ। ਹੁਣ ਉਹ ਇੱਕ ਤਰ੍ਹਾਂ ਇੱਕ ਨਵਾਂ ਮਨੁੱਖ ਬਣ ਜਾਂਦਾ ਹੈ। ਉਸ ਦੀ ਨਜ਼ਰ ਸਮਦ੍ਰਸ਼ਟਾ ਹੋ ਜਾਂਦੀ ਹੈ। ਕਿਸੇ ਨਾਲ ਈਰਖਾ, ਦਵੈਸ਼, ਘਿਰਣਾ, ਨਫ਼ਰਤ ਨਹੀਂ ਰਹਿੰਦੀ। ਸਭ ਸੰਸ਼ੇ, ਡਰ ਅਤੇ ਅਸ਼ਾਵਾਂ ਤੋਂ ਮੁਕਤ ਹੁੰਦਾ ਹੈ। ਨੀਂਦ ਗਤੀਹੀਨ ਅਵਸਥਾ ਅਤੇ ਇਨਰਟ ਸਟੇਟ ਹੈ। ਪਰ ਸਮਾਧੀ ਸ਼ਾਂਤ ਅਤੇ ਚੇਤਨ ਅਵਸਥਾ ਹੈ ਅਤੇ ਜੋਗੀ ਨੂੰ ਕਮਾਲ ਹੋਸ਼ ਹੁੰਦੀ। ਉਹਦੀ ਜਿਹੜੀ ਹੋਸ਼ ਹੈ ਨਾ, ਉਹ ਵੀ ਕਮਾਲ ਦੀ ਹੁੰਦੀ ਹੈ। ਸੰਜਮ, ਜਦੋਂ ਧਾਰਨਾ, ਧਿਆਨ ਅਤੇ ਸਮਾਧੀ ਇੱਕ ਧੇ ਵਸਤੂ ਵਿੱਚ ਪੂਰਨ ਰੂਪ ਨਾਲ ਕੀਤੇ ਜਾਣ
ਤਾਂ ਉਸ ਦਾ ਨਾਮ ਸੰਜਮ ਹੁੰਦਾ ਹੈ। ਪਰ ਜੇਕਰ ਧਾਰਨਾ ਕਿਸੇ ਵਸਤੂ ਵਿੱਚ ਕੀਤੀ ਜਾਵੇ, ਧਿਆਨ ਕਿਸੇ ਹੋਰ ਵਸਤੂ ਵਿੱਚ ਅਤੇ ਸਮਾਧੀ ਕਿਸੇ ਹੋਰ ਹੀ ਅਲੱਗ ਵਸਤੂ ਵਿੱਚ ਕੀਤੀ ਜਾਵੇ ਤਾਂ ਉਸ ਨੂੰ ਸੰਜਮ ਨਹੀਂ ਕਹਿੰਦੇ। ਪਹਿਲਾਂ ਸੰਜਮ ਕਿਸੇ ਸਥੂਲ ਵਿਸ਼ੇ ਵਿੱਚ ਕਰਨਾ ਚਾਹੀਦਾ ਹੈ, ਜਿਵੇਂ ਸਰੀਰ ਦੇ ਅੰਦਰ ਦੇ ਸਥਾਨ ਜਦੋਂ ਇਹ ਸਥਿਰ ਹੋ ਜਾਂਦੇ ਹਨ, ਫਿਰ ਕਿਸੇ ਸੂਖਮ ਵਿਸ਼ੇ ਵਿੱਚ ਸੰਜਮ ਕਰੋ। ਸੰਜਮ ਦੇ ਇਲਾਵਾ ਖਾਣ ਦਾ ਵੀ ਸੰਜਮ ਆ, ਪਹਿਨਣ ਦਾ ਵੀ ਆ, ਬੋਲਣ ਚੱਲਣ ਦਾ, ਫਿਰਨ ਤੁਰਨ ਦਾ, ਜਾਗਣ ਸੌਣ ਦਾ, ਹਾਂਜੀ, ਹਰ ਤਰ੍ਹਾਂ ਦਾ ਸੰਜਮ ਚੰਗਾ ਹੈ। ਅੱਜ ਲੋਕ ਕਿਉਂ ਦੁਖੀ ਹੈ? ਬੇਸੰਜਮਾ ਜੀਵਨ ਹੋ ਗਿਆ, ਉਹਦੇ ਕਰਕੇ ਦੁੱਖ ਭੋਗਣ ਡਿਆ। ਸੰਜਮ ਦੇ ਲਾਭ, ਸੰਜਮ ਦੇ ਸਿੱਧ ਹੋ ਜਾਣ 'ਤੇ ਪ੍ਰਕਿਰਿਆ ਪ੍ਰਗਿਆ, ਹਾਂਜੀ, ਪ੍ਰਗਿਆ ਹੁੰਦਾ ਬੁੱਧੀ। ਪ੍ਰਗਿਆ ਮੈਨੇ ਸਦਾ ਗਿਆਨ ਕਹਾਉਣ ਵਾਲੀ ਬੁੱਧੀ ਦਾ ਪ੍ਰਕਾਸ਼ ਹੁੰਦਾ ਹੈ। ਸਾਧਕ ਦੀ ਬੁੱਧੀ ਵਿੱਚ ਅਲੌਕਿਕ ਗਿਆਨ ਸ਼ਕਤੀ ਆ ਜਾਂਦੀ ਹੈ, ਕਿਉਂਕਿ ਜਿਹੜਾ ਕਿਤਾਬੀ ਗਿਆਨ ਆ, 4 ਦਿਨ ਰੋਟੀ ਨਾ ਖਾਓ ਤਾਂ ਉਹ ਵੀ ਭੁੱਲਣ ਲੱਗ ਜਾਂਦਾ। ਪਰ ਇਹ ਜਿਹੜਾ ਅਨੁਭਵ ਆ, ਇਹ ਅਲੌਕਿਕ ਗਿਆਨ ਦੀ ਸ਼ਕਤੀ ਆ ਜਾਂਦੀ ਹੈ, ਜਿਸ ਨੂੰ ਰਿਤੰਬਰਾ ਪ੍ਰਗਿਆ ਕਹਿੰਦੇ ਆ। ਉਸ ਬੁੱਧੀ ਨੂੰ ਰਿਤੰਬਰਾ ਪ੍ਰਗਿਆ ਕਹਿੰਦੇ ਆ, ਜਿਹੜੀ ਸਦਾ ਇੱਕ ਰਸ ਗਿਆਨ ਅਵਸਥਾ ਵਿੱਚ ਬਿਰਤੀ ਰਹਿੰਦੀ ਹੈ। ਇਹ ਰਿਤੰਬਰਾ ਸਮਾਧੀ ਅਵਸਥਾ ਵਿੱਚ ਪੈਦਾ ਹੁੰਦਾ ਹੈ। ਇਹ ਜਿੱਲੇ ਸਮਾਧੀ ਲੱਗਦੀ ਹੈ ਉਦੋਂ ਇਹ ਅਨੁਭਵ ਹੁੰਦਾ ਹੈ, ਤਾਂ ਕੇਵਲ ਅਟਲ ਸੱਚਾਈ ਹੀ ਦਿਖਾਈ ਦਿੰਦੀ ਹੈ, ਜਿਸ ਨੂੰ, ਹਾਂਜੀ, ਕਿ ਜਿਸ ਨੂੰ ਆਪਣੇ ਰਿਤੰਬਰਾ ਕਹਿੰਦੇ ਹੈ। ਭਾਵ ਕਿ ਸੰਜਮ ਨਾਲ ਬੁੱਧੀ ਵਿੱਚ ਪ੍ਰਕਾਸ਼ ਹੋ ਜਾਂਦਾ ਹੈ ਅਤੇ ਉਸ ਵਿੱਚ ਗਿਆਨ ਸ਼ਕਤੀ ਆ ਜਾਂਦੀ ਹੈ, ਹਾਂਜੀ। ਅਤੇ ਇਸ ਕਰਕੇ ਕਹਿੰਦੇ ਆ, ਉਹ ਜਿਹੜੀ ਬਿਰਤੀ ਉਹਨੂੰ ਰਿਤੰਬਰਾ ਪ੍ਰਗਿਆ ਕਹਿੰਦੇ, ਜਿਹੜੀ ਗਿਆਨ ਅਵਸਥਾ ਵਾਲੀ ਸਮਾਧੀ ਹੈ। ਯੋਗ ਦੇ ਅੰਦਰੂਨੀ ਅਤੇ ਬਾਹਰੀ ਅੰਗ, ਧਾਰਨਾ, ਧਿਆਨ ਅਤੇ ਸਮਾਧੀ ਯੋਗ ਦੇ ਅਤਰੰਗ ਹੈ, ਹਾਂਜੀ। ਇਹ ਅੰਦਰਲੇ ਅੰਗ ਆ। ਅੰਤਰ ਉਸ ਨੂੰ ਕਹਿੰਦੇ ਹਨ ਜੋ ਕਿਸੇ ਕੰਮ ਦਾ ਸਿੱਧਾ ਸਾਧਨ ਹੁੰਦੇ ਹਨ, ਜਿਵੇਂ ਇੱਕ ਸਥਾਨ ਤੋਂ ਚੱਲ ਕੇ ਦੂਸਰੇ ਸਥਾਨ ਜਾਣ ਦਾ ਸਿੱਧਾ ਸਾਧਨ ਟਾਂਗਾ ਜਾਂ ਸਵਾਰੀ ਹੈ, ਜਾਂ ਅੱਜ ਨਵੇਂ ਯੁੱਗ ਨਾਲ ਕਾਰਾਂ ਕੂਰਾਂ ਹਨ। ਅੱਗ ਲਾਉਣ ਦਾ ਸਿੱਧਾ ਸਾਧਨ ਚੰਗਿਆੜੀ ਅਤੇ ਪਿਆਸ ਬੁਝਾਉਣ ਦਾ ਸਿੱਧਾ ਸਾਧਨ ਪਾਣੀ ਹੈ। ਜਮ, ਨਿਯਮ, ਆਸਨ, ਪ੍ਰਾਣਾਯਾਮ ਅਤੇ ਪ੍ਰਤਿਆਹਾਰ, ਇਹ 5 ਯੋਗ ਦੇ, ਹਾਂਜੀ, ਬ੍ਰਹਮ ਅੰਗ ਹਨ। ਇਹ ਬਹਿਰੰਗ ਅੰਗ ਹਨ, ਹਾਂਜੀ। ਇਹ ਜਾਣੀ ਉਸ ਬ੍ਰਹਮ ਨੂੰ ਪ੍ਰਗਟ ਕਰਨ ਵਾਲੀ ਕੋਈ ਅਤਰੰਗ ਅੰਗ ਆ, ਕੋਈ ਬਹਿਰੰਗ ਅੰਗ ਆ। ਇਹ ਜਿਹੜੇ ਆ, ਇਹ ਬਹਿਰੰਗ ਅੰਗ ਆ, ਹਾਂਜੀ, ਬਾਹਰ ਦੇ ਅੰਗ ਆ ਇਹ, ਹਾਂਜੀ। ਬਾਹਰੀ ਉਸ ਨੂੰ ਕਹਿੰਦੇ ਹਨ ਜੋ ਮਾਮੂਲੀ ਸਾਧਨ ਹੋਵੇ, ਹਾਂਜੀ, ਸਿੱਧਾ ਨਾ ਹੋਵੇ। ਜਿਵੇਂ ਪਹੁੰਚਣ ਦਾ ਸਾਧਨ ਹੈ ਖਿਆਲ, ਅੱਗ ਬੁਝਾਉਣ ਦਾ ਸਾਧਨ ਹੈ ਚਿਮਟਾ, ਅਤੇ ਪਿਆਸ ਬੁਝਾਉਣ ਦਾ ਸਾਧਨ ਹੈ ਗਲਾਸ, ਹਾਂਜੀ। ਬੇਸ਼ੱਕ ਇਹ ਵੀ ਉਹਨਾਂ ਚੀਜ਼ਾਂ ਦੇ ਕਰਨ ਦੇ ਸਾਧਨ ਹਨ, ਪਰ ਇਹ ਪਹਿਲੇ ਸਾਧਨਾਂ ਦੀ ਬਜਾਏ ਮਾਮੂਲੀ ਹੈ। ਦਿਲ ਵਿੱਚ ਖਿਆਲ ਪੈਦਾ ਹੁੰਦਾ ਹੈ ਕਿ, ਹਾਂਜੀ, ਚਲੋ ਤਾਂ ਚੱਲਦਾ ਹੈ। ਪਹਿਲਾਂ ਖਿਆਲ ਹੁੰਦਾ ਪਤਾ ਨਹੀਂ ਚੱਲੀਏ, ਫਿਰ ਚੱਲਦਾ ਹੈ ਅਤੇ ਲੱਤਾਂ ਦੁਆਰਾ ਉੱਥੇ ਪਹੁੰਚ ਜਾਂਦਾ ਹੈ। ਚਿਮਟਾ ਫੜਦਾ ਹੈ ਤਾਂ ਅੰਗਾਰੀ ਨਾਲ ਅੱਗ ਲਾ ਦਿੰਦਾ ਹੈ। ਗਲਾਸ ਵਿੱਚ ਪਾਣੀ ਪਾ ਕੇ ਪੀਂਦਾ ਹੈ, ਪਿਆਸ ਬੁਝਦੀ ਹੈ। ਨਹੀਂ ਤਾਂ ਨਹੀਂ, ਪਰ ਜ਼ਰੂਰੀ ਅਤੇ ਗੈਰ ਜ਼ਰੂਰੀ, ਮੁੱਖ ਅਤੇ ਗੌਣ ਵਿੱਚ ਪਹਿਚਾਣ ਕਰੇ। ਇਸ ਲਈ ਉਹ ਸਾਧਨ ਜਿਸ ਦੇ ਦੁਆਰਾ ਸਮਾਧੀ ਲੱਗਦੀ ਹੈ ਅਤਰੰਗ ਸਿੱਧਾ ਸਾਧਨ ਹੈ, ਅਤੇ ਜਿਨ੍ਹਾਂ ਦੇ ਦੁਆਰਾ ਸਮਾਧੀ ਪ੍ਰਾਪਤ ਹੁੰਦੀ ਹੈ ਉਹ ਬਾਹਰੀ ਮਾਮੂਲੀ ਅੰਗ ਕਹਾਉਂਦੇ ਹਨ। ਇਸ ਲਈ ਯੋਗ ਦੇ 5 ਅੰਗ ਕਰਕੇ ਹੰਕਾਰ ਨਾ ਕਰੇ ਕਿ ਜੇ ਕਰਨਾ ਸੀ ਇਹ ਕਰ ਲਿਆ। ਇਹ 5 ਅੰਗ ਤਾਂ ਬਾਹਰ ਦੇ ਹਨ,
ਜੋ ਜੋਗ ਦੇ ਦਰਵਾਜ਼ੇ 'ਤੇ ਪਹਿਰਾ ਦਿੰਦੇ ਹਨ, ਪਰ ਇਸ ਨੂੰ ਪਤਾ ਨਹੀਂ ਕਿ ਅਸਲ ਵਿੱਚ ਜੋਗ ਦੇ ਮਹਿਲ ਦੇ ਅੰਦਰ ਕੀ ਹੈ। ਅੰਦਰ ਦੇ ਜੋ ਰਖਵਾਲੇ ਹਨ ਜਾਂ ਰੱਖਕ ਹਨ, ਉਹਨਾਂ ਨੂੰ ਅਤਰੰਗ ਕਹਿੰਦੇ ਹਨ। ਹਾਂਜੀ, ਉਹਨਾਂ ਦੇ ਬਿਨਾਂ ਜੋਗ ਕੁਝ ਵੀ ਅਰਥ ਨਹੀਂ ਰੱਖਦਾ, ਇਸ ਲਈ ਉਹ ਜ਼ਰੂਰੀ ਅੰਗ ਹੈ। ਸਿਰਫ ਹਾਂਜੀ ਨੇਕ ਜੀਵਨ ਬਤੀਤ ਕਰਨਾ ਹੀ ਪਰਮਾਤਮਾ ਦੀ ਪ੍ਰਾਪਤੀ ਲਈ ਕਾਫੀ ਨਹੀਂ। ਕਈ ਕਹਿੰਦੇ ਹਨ ਮਨ ਸ਼ੁੱਧ ਚਾਹੀਦਾ, ਭਜਨ ਦੀ ਕੀ ਲੋੜ ਆ। ਉਹ ਕਹਿੰਦੇ ਇਹ ਗੱਲ ਕਾਫੀ ਨਹੀਂ ਹੈਗੀ। ਨੇਕ ਅਤੇ ਪਵਿੱਤਰ ਜੀਵਨ ਦਾ ਸਿਰਫ ਮਨ ਨੂੰ ਧਾਰਨਾ, ਧਿਆਨ ਅਤੇ ਸਮਾਧੀ ਦੇ ਯੋਗ ਬਣਾਉਣਾ ਹੈ, ਜਿਸ ਨਾਲ ਅੰਤ ਵਿੱਚ ਪਰਮਾਤਮਾ ਦਾ ਸਾਖਸ਼ਾਤਕਾਰ ਹੁੰਦਾ, ਉਹ ਪ੍ਰਤੱਖ ਹੁੰਦਾ ਹੈ। ਇਸ ਲਈ ਧਾਰਨਾ, ਧਿਆਨ ਅਤੇ ਸਮਾਧੀ ਹੀ ਪਰਮਾਤਮਾ ਪ੍ਰਾਪਤੀ ਲਈ ਜ਼ਰੂਰੀ ਅੰਗ ਹਨ। ਯੋਗ ਦੇ ਸਭ ਅੰਗਾਂ ਦਾ ਪਾਲਣ ਕਰਨ ਨਾਲ ਮਲ ਬਖੇਪ ਅਤੇ ਅਵਾਰਣ ਖਤਮ ਹੋ ਜਾਣ 'ਤੇ ਗਿਆਨ ਦਾ ਪ੍ਰਕਾਸ਼ ਹੋਣ ਲੱਗਦਾ ਹੈ। ਪਹਿਲਾਂ ਤਾਂ ਮਨ ਦੀ ਜਿਹੜੀ ਮੈਲ ਆ, ਹਾਂਜੀ ਮੈਲਾ ਮਨ ਆ, ਉਹ ਦੂਰ ਹੋਵੇ, ਪਾਪ ਜਿੰਨੇ, ਇਹ ਚੰਚਲਤਾ ਦੂਰ ਹੋਵੇ, ਇਹ ਅਵਾਰਣ ਜਿਹੜਾ ਬੁੱਧੀ 'ਤੇ ਪੜਦਾ ਉਹ ਦੂਰ ਹੋਵੇ, ਇਹ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਗਿਆਨ ਪ੍ਰਕਾਸ਼ ਨਾਲ ਅਵਿਦਿਆ ਦਾ ਖਾਤਮਾ ਹੋ ਕੇ ਗੁਰੂ ਦੇ, ਪ੍ਰਭੂ ਦੇ ਦਰਸ਼ਨ ਹੁੰਦੇ ਹਨ। ਜਿੰਨਾ ਚਿਰ ਕਹਿੰਦੇ ਅਗਿਆਨ ਖਤਮ ਨਹੀਂ ਹੁੰਦਾ, ਉਹਨਾਂ ਚਿਰ ਫਿਰ ਦਰਸ਼ਨ ਨਹੀਂ ਹੁੰਦਾ ਹੈ। ਯੋਗ ਸਾਧਨ ਕਰਦੇ ਸਮੇਂ ਸਾਵਧਾਨੀ ਦੀ ਜ਼ਰੂਰਤ। ਜਦੋਂ ਯੋਗ ਦੀ ਹਾਂਜੀ ਚੰਗੀ ਸਥਿਤੀ ਹੋ ਜਾਂਦੀ ਹੈ, ਉਸ ਸਮੇਂ ਵੱਡੇ ਵੱਡੇ ਲੋਕਪਾਲ, ਅਧਿਕਾਰੀ, ਦੇਵਤਾ ਅਤੇ ਸਿੱਧਾਂ ਦੇ ਦਰਸ਼ਨ ਹੁੰਦੇ ਆ। ਕਹਿੰਦੇ ਉਦੋਂ ਇਹ ਵੀ ਦਰਸ਼ਨ ਹੋਣ ਲੱਗ ਜਾਂਦੇ ਆ। ਉਸ ਸਮੇਂ ਦੇਵਤਾ ਲੋਕ ਉਸ ਨੂੰ ਆਪਣੇ ਲੋਕਾਂ ਦੇ ਭੋਗਾਂ ਦਾ ਸੁੱਖ ਦਿਖਾ ਕੇ ਕਈ ਤਰ੍ਹਾਂ ਨਾਲ ਉਹਨਾਂ ਭੋਗਾਂ ਦੀ ਵਡਿਆਈ ਕਰਕੇ ਆਪਣੇ ਕੋਲ ਬੁਲਾਉਂਦੇ ਹਨ। ਉਸ ਸਮੇਂ ਸਾਧਕ ਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਲਾਲਚਾਂ ਵਿੱਚ ਨਹੀਂ ਪੈਣਾ ਚਾਹੀਦਾ। ਉਹ ਜਿਹੜੇ ਦੇਵਤੇ ਆ ਉਹ ਵੀ ਪਿਆ ਕੇ ਭਰਮਾਉਂਦੇ ਆ, ਹੈਂ ਸਬਜ਼ ਬਾਗ ਦਿਖਾਲਦੇ ਹਨ। ਜੇ ਤਾਂ ਭਰਮ ਗਿਆ ਅਤੇ ਫਿਰ ਡਿੱਗ ਪਿਆ, ਅਤੇ ਜੇ ਉੱਥੇ ਨਹੀਂ ਭਰਮਿਆ ਫਿਰ ਗਾਂਹ ਨਿਕਲੂਗਾ। ਰਿੱਧੀਆਂ ਸਿੱਧੀਆਂ ਇਹਨਾਂ 'ਚੋਂ ਵੀ ਨਿਕਲਣਾ ਪੈਂਦਾ ਹੈ। ਸਗੋਂ ਆਪਣੇ ਮਨ ਵਿੱਚ ਵਾਰ-ਵਾਰ ਇਹ ਭਾਵ ਲਿਆਉਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਕਈ ਜਨਮਾਂ ਤੋਂ ਬਾਅਦ ਮੈਨੂੰ ਇਹ ਮੌਕਾ ਮਿਲਿਆ ਹੈ। ਮੈਂ ਇਹਨਾਂ ਦੇ ਲਾਲਚ ਵਿੱਚ ਪੈ ਕੇ ਆਪਣੇ ਆਪ ਨੂੰ ਕਿਵੇਂ ਸੰਸਾਰ ਸਾਗਰ ਵਿੱਚ ਡੁਬੋ ਸਕਦਾ ਹਾਂ। ਇਹਨਾਂ ਭੋਗਾਂ ਵਿੱਚ ਤਾਂ ਸੁੱਖ ਦੀ ਬੋ ਤੱਕ ਵੀ ਨਹੀਂ ਹੈ, ਅਤੇ ਨਾ ਹੀ ਉਸ ਸਮੇਂ ਇਹ ਹੰਕਾਰ ਕਰੇ ਕਿ ਮੈਂ ਕਿਸੇ ਉੱਚ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ, ਕਿਉਂਕਿ ਹੰਕਾਰ ਕਰਨ ਨਾਲ ਫਿਰ ਸੰਸਾਰ ਚੱਕਰ ਵਿੱਚ ਫਸ ਜਾਂਦਾ ਹੈ। ਜਿਵੇਂ ਉਹ ਨਾਰਦ ਸੀ ਨਾ, ਅਤੇ ਉਹ ਚਲੇ ਗਿਆ ਬ੍ਰਹਮੇ ਕੋਲ, ਕਹਿੰਦਾ ਮੈਂ ਬਕਾਰਾਂ ਨੂੰ ਜਿੱਤ ਲਿਆ। ਉਹ ਕਹਿੰਦੇ ਚੁੱਪ ਰਹਿ, ਹੰਕਾਰ ਨਹੀਂ ਕਰੀਦਾ। ਅਤੇ ਫਿਰ ਸ਼ਿਵ ਜੀ ਕੋਲ ਚਲੇ ਗਿਆ, ਸ਼ਿਵ ਜੀ ਨੇ ਵੀ ਸਮਝਾਇਆ। ਫਿਰ ਵਿਸ਼ਨੂੰ ਕੋਲ ਚਲੇ ਗਿਆ, ਹਾਂਜੀ, ਅਤੇ ਵਿਸ਼ਨੂੰ ਫਿਰ ਮਾਇਆ ਪਾ ਦਿੰਦਾ, ਹੰਕਾਰ ਨਹੀਂ ਰਹਿਣ ਦਿੰਦਾ। ਹਾਂਜੀ, ਉਹ ਜਿਸ ਵੇਲੇ ਉੱਥੋਂ ਆਇਆ ਅਤੇ ਵਿਸ਼ਨੂੰ ਨੇ ਵੀ ਕੋਈ ਗੱਲ ਨਾ ਕੀਤੀ, ਇਹਨੂੰ ਹੋਇਆ ਪਿਆ ਮੇਰਾ ਸਤਿਕਾਰ ਹੀ ਨਹੀਂ ਕੀਤਾ। ਅਤੇ ਜਿਲੇ ਅੱਗੇ ਆ ਤਾਂ ਸ਼ਕਤੀ ਨੇ ਸਵੰਬਰ ਰਚ ਦਿੱਤਾ। ਉੱਥੇ ਰਾਜੇ ਇਕੱਠੇ ਹੋਏ, ਅਤੇ ਇੱਕ ਰਾਜੇ ਨੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ, ਅਤੇ ਜੈਮਾਲਾ ਫੜੀ ਆ। ਹਾਂਜੀ, ਇਹਨ ਜਿਲੇ ਦੇਖਿਆ ਇਹ ਅਤੇ ਉੱਥੇ ਹਾਂਜੀ ਵਿਸ਼ਨੂੰ ਕੋ ਆ ਗਿਆ ਕਿ ਮੈਨੂੰ ਆਪਣਾ ਰੂਪ ਦੇ। ਹਾਂਜੀ, ਉਹ ਕਹਿੰਦੇ ਹਰ ਹੋ ਜਾ। ਹਰਨਾ ਬਾਂਦਰ ਦਾ ਵੀ ਹੈ, ਇਹਦੇ ਅਰਥ ਬਹੁਤ ਆ। ਜਿਲੇ ਆ ਉਹ ਸ਼ਕਲ ਬਾਂਦਰ ਦੀ ਹੋਵੇ, ਉਹ ਜਿਲੇ ਜੈਮਾਲਾ ਲੈ ਕੇ ਆਵੇ ਇਹ ਮੋਰ ਨੂੰ ਹੋਵੇ। ਹੈਂ, ਉਹਨੂੰ ਕਿਹਾ ਤੂੰ ਦੇਖਦਾ ਸੀ ਤੇਰਾ ਬਾਂਦਰ ਵਰਗਾ ਮੂੰਹ, ਉਹ ਜਿਲੇ ਦੇਖਿਆ ਮੂੰਹ ਬਾਂਦਰ ਦਾ। ਹਾਂਜੀ, ਅਤੇ ਜਿਲੇ ਫਿਰ ਆ ਗਿਆ, ਕਹਿੰਦੇ ਵੀ ਤੂੰ ਮੇਰੇ ਨਾਲ ਧੋਖਾ ਕੀਤਾ, ਜਾ ਤੈਨੂੰ ਵੀ ਸੰਕਟ ਆਏਗਾ, ਬਾਂਦਰਾਂ ਦੀ ਸਹਾਇਤਾ ਲੈਣੀ ਪਊ। ਉਹ ਫਿਰ ਜਦੋਂ ਰਾਮਚੰਦਰ ਜੀ ਗਏ, ਹਾਂਜੀ, ਬਾਂਦਰਾਂ ਦੀ ਸਹਾਇਤਾ ਲਈ। ਇਸ ਕਰਕੇ ਮਤਲਬ ਇਹ ਸੀ ਉਹਦਾ ਜਿਹੜਾ ਹੰਕਾਰ ਸੀ ਤੋੜ ਦਿੱਤਾ। ਅਤੇ ਤਾਂ ਦੱਸਦੇ ਆ ਵੀ ਜੇ ਵੀ ਤੇਰਾ ਮਨ ਉਸ ਵੇਲੇ ਇਹਨਾਂ ਚੀਜ਼ਾਂ 'ਚ ਨਹੀਂ ਫਸਿਆ ਅਤੇ ਹੰਕਾਰ ਨਾ ਕਿਤੇ ਕਰ ਬੈਠੀ। ਪਰਮਾਤਮਾ ਦੀ ਮਾਇਆ ਬੜੀ ਪ੍ਰਬਲ ਹੈ। ਹਾਂਜੀ,
ਉਸ ਸਮੇਂ ਇਹ ਹੰਕਾਰ ਕਰੇ ਕਿ ਮੈਂ ਕਿਸੇ ਉੱਚ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ, ਕਿਉਂਕਿ ਹੰਕਾਰ ਕਰਨ ਨਾਲ ਫਿਰ ਸੰਸਾਰ ਚੱਕਰ ਵਿੱਚ ਫਸ ਜਾਂਦਾ ਹੈ। ਜਦੋਂ ਜੋਗੀ ਸੱਤਵੀਂ ਭੂਮਿਕਾ 'ਤੇ ਪਹੁੰਚ ਜਾਂਦਾ ਹੈ, ਗਿਆਨ ਦੀਆਂ 7 ਅਵਸਥਾ ਹੈਗੀਆਂ, ਜਿਹੜੀ 7ਵੀਂ ਭੂਮਿਕਾ 'ਤੇ ਪਹੁੰਚ ਜਾਂਦਾ ਹੈ ਤਾਂ ਸੁੰਦਰ ਇਸਤਰੀਆਂ ਅਤੇ ਕਈ ਤਰ੍ਹਾਂ ਦੇ ਭੋਗ ਉਹਦੇ ਸਾਹਮਣੇ ਆਉਂਦੇ ਹਨ ਅਤੇ ਉਸ ਨੂੰ ਆਪਣੇ ਵੱਲ ਖਿੱਚਦੇ ਹਨ। ਜੇਕਰ ਇਸ ਪਰਖ ਵਿੱਚ ਪੂਰਾ ਉਤਰਿਆ ਤਾਂ ਚੜ੍ਹੇ ਤਾਂ ਚਾਖੇ ਪ੍ਰੇਮ ਰਸ, ਨਹੀਂ ਤਾਂ ਚਕਨਾਚੂਰ ਵਾਲੀ ਗੱਲ ਸੱਚ ਹੈ, ਨਹੀਂ ਤਾਂ ਭੋਗਾਂ ਵਿੱਚ ਫਸ ਕੇ ਖਤਮ ਹੋ ਜਾਂਦਾ ਹੈ, ਕਿਉਂਕਿ ਪਿਛਲੇ ਸੰਸਕਾਰ ਉੱਭਰ ਆਉਂਦੇ ਹਨ। ਇਹ ਪਰਖ ਬਿਲਕੁਲ ਅਖੀਰ 'ਤੇ ਹੁੰਦੀ ਹੈ ਅਤੇ ਇਸ ਪਰਖ ਦਿੱਤੇ ਬਿਨਾਂ ਮੁਕਤੀ ਦਾ ਦਰਵਾਜ਼ਾ ਨਹੀਂ ਖੁੱਲ੍ਹਦਾ, ਕਿਉਂਕਿ ਜੜ ਚੇਤਨ ਮਾਇਆ ਤੋਂ ਉੱਪਰ ਉੱਠੇਗਾ, ਫਿਰ ਇਹ ਮੁਕਤੀ ਦਾ ਦਰਵਾਜ਼ਾ ਖੁੱਲ੍ਹੇਗਾ। ਸਿੱਧੀਆਂ ਵੀ ਯੋਗ ਵਿੱਚ ਵਿਘਨ ਦਾ ਕਾਰਨ ਬਣਦੀਆਂ ਹਨ। ਜੋ ਸਿੱਧੀਆਂ ਵੱਲ ਧਿਆਨ ਨਾ ਦੇ ਕੇ ਬੈਰਾਗ ਧਾਰਨ ਕਰਕੇ ਰਹਿੰਦੇ ਹਨ, ਉਹ ਮੁਕਤ ਹੋ ਜਾਂਦੇ ਹਨ। ਸਿੱਧੀਆਂ ਯੋਗ ਦੇ ਰਾਹ ਵਿੱਚ ਕੰਡੇ ਹਨ। ਇਹ ਰਸਤੇ ਵਿੱਚ ਰੋੜਾ ਅਟਕਾਉਣ ਵਾਲੇ ਪਹਾੜ ਹਨ। ਜੇਕਰ ਜੋਗੀ ਸਿੱਧੀਆਂ ਦੇ ਚਿੱਕੜ ਵਿੱਚ ਫਸਿਆ ਰਹੇ ਤਾਂ ਕਦੇ ਵੀ ਮੁਕਤੀ ਨਹੀਂ ਪਾ ਸਕਦਾ। ਹੁਣ ਉਹ ਜਿਹੜੇ ਗੋਰਖ ਦੇ ਚੇਲੇ ਸੀ, ਮਹਾਰਾਜ ਸਮੀਰ ਪਰਬਤ 'ਤੇ ਗਏ, ਉਹ ਰਿੱਧੀਆਂ ਸਿੱਧੀਆਂ 'ਚ ਫਸੇ ਹੋ ਸੀਗੇ ਅਤੇ ਮਹਾਰਾਜ ਨੂੰ ਵੀ ਫਰਮਾਉਂਦੇ ਸੀ। ਮਹਾਰਾਜ ਦੇ ਆਪ ਪਰਮੇਸ਼ਰ ਸੀ। ਉਹਨਾਂ ਨੂੰ ਕਿਹਾ ਵੀ ਤੁਸੀਂ ਤੁਰੇ ਤਾਂ ਕਿਹੜੀ ਮੰਜ਼ਿਲ ਸੀ, ਫਸ ਗਿਆ ਕਿੱਧਰ। ਇਸੇ ਤਰ੍ਹਾਂ ਫਿਰ ਰਿੱਧੀਆਂ ਸਿੱਧੀਆਂ ਜਾਂ ਬੜੇ ਧਰਮ ਸਥਾਨ ਮਿਲ ਗਿਆ, ਉੱਥੇ ਦੇ ਮਹੰਤ ਬਣ ਗਏ, ਉਹ ਚੀਜ਼ਾਂ ਫਿਰ ਰੁਕਾਵਟ ਬਣ ਜਾਂਦੀਆਂ। ਪਹਿਲਾਂ ਤਾਂ ਕਰਦਾ ਸਾਧਨ ਕਿਸੇ ਪੁੰਨ ਪ੍ਰਤਾਪ ਨਾਲ ਕੋਈ ਮਿਲ ਜਾਂਦੀ ਹੈ ਸੁਖ ਆਰਾਮ ਦੀ ਸਮੱਗਰੀ, ਉਹਨਾਂ 'ਚ ਭੁੱਲ ਕੇ ਫਿਰ ਭਜਨ ਬਾਣੀ ਵੀ ਛੱਡ ਪੈਂਦਾ। ਇਸ ਤਰ੍ਹਾਂ ਦੀ ਕਿਰਿਆ ਕਈ ਵਾਰੀ ਬਣ ਜਾਂਦੀ ਹੈ। ਇਸ ਕਰਕੇ ਮਾਰ ਦੱਸ ਰਹੇ ਇਹ ਅਟਕਾਉਣ ਵਾਲੇ ਪਹਾੜ ਹਨ। ਜੇਕਰ ਜੋਗੀ ਸਿੱਧੀਆਂ ਦੇ ਚਿੱਕੜ ਵਿੱਚ ਫਸਿਆ ਰਹੇ ਤਾਂ ਕਦੇ ਵੀ ਮੁਕਤੀ ਨਹੀਂ ਪਾ ਸਕਦਾ। ਸਿੱਧੀਆਂ ਆਤਮਾ ਨੂੰ ਕੁਦਰਤ ਦਾ ਦਾਸ ਬਣਾਈ ਰੱਖਦੀਆਂ ਹਨ। ਜਦੋਂ ਦਾ ਵਿਦਿਆ ਦਾ ਕਬਜ਼ਾ ਹੈ, ਇਛਾਵਾਂ ਦਾ ਦਰਖਤ ਹੈ, ਸੁੱਕ ਨਹੀਂ ਸਕਦਾ। ਸਿੱਧੀ ਵੱਲ ਜਾਣ ਤੋਂ ਪਹਿਲਾਂ ਕੀਤਾ ਕਰਾਇਆ ਵੀ ਖਤਮ ਹੋ ਜਾਂਦਾ ਹੈ। ਨਾ ਇੱਧਰ ਕੇ ਨਾ ਉੱਧਰ ਕੇ ਰਹੇ, ਨਾ ਉੱਧਰ ਦਾ ਰਿਹਾ ਨਾ ਉੱਧਰ ਦਾ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ, ਨਾ ਪਰਮਾਤਮਾ ਹੀ ਮਿਲਿਆ ਨਾ ਬਸਾਲੇ ਸਨਮ ਪ੍ਰੀਤਮ ਦਾ ਮਿਲਾਪ ਬਣਾ ਹੋਇਆ, ਨਾ ਸੰਸਾਰੀ ਬਣਿਆ ਤੇ ਨਾ ਕਰਤਾਰੀ ਬਣ ਸਕਿਆ, ਪਰਮੇਸ਼ਰ ਦਾ ਪਿਆਰਾ ਨਾ ਬਣਿਆ। ਪਰ ਅੱਜ ਕੱਲ੍ਹ ਦਾ ਮਨ ਭਟਕਦਾ, ਇੱਥੇ ਕਿ ਖੜੇ ਆ ਮੈਂ ਬਲੈਤ ਚਲੇ ਜਾਵਾਂ, ਉੱਥੇ ਦਾ ਵੀਜ਼ਾ ਮਿਲ ਜਾਏ, ਇੱਧਰ ਦੀ ਦੌੜ ਜ਼ਿਆਦਾ ਲੱਗ ਗਈ ਹੈ। ਮਾਇਆ ਪਦਾਰਥਾਂ ਵਾਸਤੇ ਹੀ ਹੈ, ਨਹੀਂ ਕੋਈ ਮੁਕਤੀ ਜਾਂ ਭਜਨ ਵਾਸਤੇ। ਇੱਧਰ ਦਾ ਤਾਂ ਸਕਲਪ ਹੀ ਖਤਮ ਹੋ ਗਿਆ। ਧਾਰਮਿਕ ਲੈ ਲਓ, ਦੂਜੇ ਤੀਜੇ ਲੈ ਲਓ, ਸਮਾਜਿਕ ਲੈ ਲਓ, ਸਭ ਦੀ ਦੌੜ ਭੱਜ ਇੱਧਰੇ ਲੱਗੀ ਹੋਈ ਹੈ। ਹੁਣ ਗੁਰੂ ਘਰ ਦੇ ਬੜੇ ਜਿਹੜੇ ਪ੍ਰਚਾਰਕ ਆ, ਰਾਗੀ ਢਾਡੀ ਆ, ਉਹ ਵੀ ਮਹਾਰਾਜ ਦਾ ਦਰਬਾਰ ਦੀ ਛੱਡ ਕੇ ਨੌਕਰੀਆਂ ਉੱਧਰ ਦੌੜੇ ਜਾਂਦੇ। ਪਹਿਲਾਂ ਕਿੰਨੀ ਮਿਹਨਤ ਦੇ ਨਾਲ ਨੌਕਰੀਆਂ ਲਾਈਦੇ ਆ, ਇਹ ਭੱਜੇ ਜਾਂਦੇ ਆ। ਇਹਦਾ ਮਾਇਆ ਪਿੱਛੇ ਰਿੱਧੀ ਸਿੱਧੀ ਦਾ ਆਉਂਦੀ ਵੀ ਔਖੀ ਹੈ। ਅਤੇ ਦੱਸਦੇ ਆ ਕਿ ਰਿੱਧੀ ਸਿੱਧੀ ਵੀ ਜਿਹੜੀ ਹੈ ਰੁਕਾਵਟ ਹੈ, ਇਹਦੇ ਨਾਲ ਕੀਤਾ ਕਰਾਇਆ ਸਾਰਾ ਚਲੇ ਜਾਂਦਾ ਹੈ। ਇਸ ਕਰਕੇ ਕਹਿੰਦੇ ਇਸ ਲਈ ਜੋਗੀ ਸਿੱਧੀ ਨੂੰ ਕਦੇ ਵੀ ਆਪਣਾ ਨਿਸ਼ਾਨਾ ਨਾ ਬਣਾਵੇ ਅਤੇ ਇੱਕ ਹੀ ਸਾਧਨਾ ਨੂੰ ਅਪਣਾਵੇ। ਇਸ ਲਈ ਯੋਗ ਵਿੱਚ ਸਿੱਧੀਆਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ। ਇਹਨਾਂ ਵਿੱਚ ਫਸ ਕੇ ਮਜਲ ਤੋਂ ਹੱਥ ਧੋ ਬੈਠਦਾ ਹੈ। ਇਹ ਸਿੱਧੀਆਂ ਤਾਂ ਕੇਵਲ ਯੋਗ ਮਾਰਗ 'ਤੇ ਲੱਗੇ ਮੀਲ ਪੱਥਰ ਹਨ, ਜੋ ਦੱਸਦੇ ਹਨ ਕਿ ਮਜਲ ਕਿੰਨੀ ਦੂਰ ਹੈ। ਜਿਵੇਂ ਹੁਣ ਸੜਕਾਂ ਦੇ ਮੀਲ ਪੱਥਰ ਹੁੰਦੇ ਨੇ, ਉਹ ਦੱਸਦੇ ਆ ਵੀ ਦਿੱਲੀ ਹੁਣ ਇੰਨੀ ਦੂਰ ਰਹਿ ਗਈ ਹੈ। ਉਹ ਦਿੱਲੀ ਨਹੀਂ ਹੈਗੀ, ਅਤੇ ਜੇ ਮੀਲ ਪੱਥਰਾਂ ਨੂੰ ਫੜ ਕੇ ਬਹਿ ਗਏ ਇਹ ਤਾਂ ਦਿੱਲੀ ਪਹੁੰਚ ਨਹੀਂ ਹੋਣਾ। ਬਸ ਕੋਈ ਮਾਇਆ ਕੋਈ ਪਦਾਰਥਾਂ ਨੂੰ ਜੱਫਾ ਪਾ ਕੇ ਬਹਿ ਜਾਂਦੇ, ਉਹ ਮਜਲ ਉੱਥੇ ਦੀ ਉੱਥੇ ਹੀ ਰੁਕ ਜਾਂਦੀ ਹੈ। ਇਹਨਾਂ ਵਿੱਚ ਫਸ ਕੇ ਮਜਲ ਤੋਂ ਹੱਥ ਧੋ ਬੈਠਦਾ ਹੈ। ਇਹ ਸਿੱਧੀਆਂ ਤਾਂ ਕੇਵਲ ਯੋਗ ਮਾਰਗ ਦੇ ਲੱਗੇ ਮੀਲ ਪੱਥਰ ਹਨ, ਜੋ ਦੱਸਦੇ ਹਨ ਮੰਜ਼ਿਲ ਕਿੰਨੀ ਦੂਰ ਹੈ।
ਇਸੇ ਦੀਆਂ ਚਿੱਤ ਸ਼ੁੱਧੀ ਦਾ ਮਾਪ ਹਨ। ਇਹ ਚੀਜ਼ਾਂ ਬੰਦੇ ਦੇ ਮਨ ਨੂੰ ਮਾਪਦੀਆਂ ਨਾ। ਜੇ ਤਾਂ ਉੱਥੇ ਡਿੱਗ ਪਿਆ ਫਿਰ ਤਾਂ ਰਹਿ ਗਿਆ, ਤੇ ਜੇ ਨਿਕਲ ਗਿਆ ਤੇ ਫਿਰ ਲੈ ਗਿਆ ਕੁਝ ਨਾ ਕੁਝ। ਹਾਂਜੀ, ਪਰ ਅੱਜ ਕੱਲ੍ਹ ਤਾਂ ਹੁਣ ਮਾੜੀਆਂ ਮਾੜੀਆਂ ਚੀਜ਼ਾਂ ਤੇ ਮਨ ਜਿਹੜਾ ਮੱਖੀ ਵਾਲੀ ਹਾਲਤ ਬਣੀ, ਜਿੱਥੇ ਦੇਖਦੀ ਬਹਿ ਜਾਂਦੀ ਹੈ, ਗੰਦ ਮੰਦ ਨਹੀਂ ਦੇਖਦੀ, ਉਹ ਮਨ ਮੱਖੀ ਦੀ ਨਹੀਂ ਬਣਿਆ। ਪਰ ਆਪਣੇ ਪਰਮਾਰਥ ਦੀ ਮਜਲ ਦੇ ਲਈ ਬਿਘਨ ਰੂਪ ਹੈ, ਇਸ ਲਈ ਇਹਨਾਂ ਤੋਂ ਬਚੋ, ਸਾਵਧਾਨ ਰਹੋ। ਇੱਥੇ ਰੈੱਡ ਅਲਰਟ ਕੀਤਾ ਪੂਰਾ। ਕੀ ਆਪਣੀ ਰੂਹਾਨੀ ਸ਼ਕਤੀ ਕਿਸੇ ਨੂੰ ਦਿੱਤੀ ਜਾ ਸਕਦੀ ਹੈ? ਆਪਣੀ ਰੂਹਾਨੀ ਸ਼ਕਤੀ ਕਿਸੇ ਨੂੰ ਵੀ ਦਿੱਤੀ ਜਾ ਸਕਦੀ ਹੈ। ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਜੀ ਨੇ ਸਵਾਮੀ ਵਿਵੇਕਾਨੰਦ ਨੂੰ ਆਪਣੀ ਸ਼ਕਤੀ ਦਿੱਤੀ ਸੀ। ਮਸੀਹ ਨੇ ਆਪਣੀ ਸ਼ਕਤੀ ਆਪਣੇ ਚੇਲਿਆਂ ਨੂੰ ਦਿੱਤੀ ਸੀ। ਸਮਰੱਥ ਰਾਮਦਾਸ ਜੀ ਦੇ ਇੱਕ ਚੇਲੇ ਨੇ ਇੱਕ ਨੱਚਣ ਵਾਲੀ ਲੜਕੀ ਨੂੰ ਸ਼ਕਤੀ ਦਿੱਤੀ ਸੀ ਅਤੇ ਉਹਨਾਂ ਵੱਲ ਬੜੇ ਪ੍ਰੇਮ ਨਾਲ ਦੇਖਦੀ ਸੀ। ਉਸ ਵੱਲ ਦੇਖ ਕੇ ਉਹਨਾਂ ਨੇ ਉਸ ਲੜਕੀ ਨੂੰ ਸਮਾਧੀ ਦੇ ਦਿੱਤੀ ਸੀ ਅਤੇ ਲੜਕੀ ਦਾ ਮਨ ਪਵਿੱਤਰ ਹੋ ਗਿਆ ਸੀ। ਇਸ ਨਾਲ ਸਪਸ਼ਟ ਹੈ ਕਿ ਰੂਹਾਨੀ ਸ਼ਕਤੀ ਉਸੇ ਤਰ੍ਹਾਂ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਜਿਵੇਂ ਕੋਈ ਹੋਰ ਸੰਸਾਰ ਦੀ ਵਸਤੂ। ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਧੰਨ ਗੁਰੂ ਅੰਗਦ ਸਾਹਿਬ ਦੇ ਅੰਦਰ ਆਪਣੀ ਕਲਾ ਰੱਖਤੀ। ਇਹ ਬਾਬਾ ਬੁੱਢਾ ਸਾਹਿਬ ਤੇ ਹੋਰ ਕਿੰਨੇ ਗੁਰਸਿੱਖਾਂ ਨੂੰ ਮਹਾਰਾਜ ਨੇ ਆਪਣੀਆਂ ਬਖਸ਼ਿਸ਼ਾਂ ਕੀਤੀਆਂ ਹਨ। ਹਾਂਜੀ, ਕਿਉਂਕਿ ਉਹ ਕਰ ਸਕਦੇ ਜਿਹੜਾ ਯੋਗ ਪਾਤਰ ਜਾਂ ਉਹਨੂੰ ਯੋਗ ਬਣਾ ਕੇ, ਇਹ ਉਹਨਾਂ ਦੀ ਸਮਰੱਥਾ ਹੁੰਦੀ। ਕੈਵਲ ਪਾਦ ਜੋ ਇਸ ਪਦ ਵਿੱਚ ਕੈਵਲ ਭਾਵ ਮੁਕਤੀ ਦਾ ਵਰਣਨ ਵਿਆਖਿਆ ਹੈ। ਇਸ ਵਿੱਚ ਇਹ ਦੱਸਿਆ ਹੈ ਕਿ ਮੁਕਤੀ ਵਿੱਚ ਮਨ ਦੀ ਕੀ ਅਵਸਥਾ ਹੁੰਦੀ ਹੈ, ਆਤਮਾ ਕਿਸ ਤਰ੍ਹਾਂ ਮੁਕਤੀ ਦੇ ਨੇੜੇ ਆ ਜਾਂਦਾ ਹੈ ਅਤੇ ਸਮਾਧੀ ਦਾ ਮੋਕਸ਼ ਨਾਲ ਕੀ ਸੰਬੰਧ ਹੈ ਆਦਿ। ਯੋਗੀ ਦਾ ਮਨ ਹਾਂਜੀ ਇਹ ਨਿਸਾਰ ਸੰਸਾਰ ਦੇ ਭੋਗਾਂ ਵੱਲ ਨਹੀਂ ਜਾਂਦਾ, ਉਹਨਾਂ ਨਾਲੋਂ ਬਿਲਕੁਲ ਬਰਗਤ ਹੋ ਜਾਂਦਾ ਹੈ ਅਤੇ ਉਸ ਦਾ ਆਤਮਾ ਆਪਣੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਇਹੀ ਕੈਵਲ ਹੈ, ਇਹਨੂੰ ਕੈਵਲ ਮੋਕਸ਼ ਕਹਿੰਦੇ ਹਨ। ਸਰੂਪ ਆ, ਸਮੀਪ ਆ, ਸੁਜੋਜਿਆ, ਸਲੋਕ ਆ, ਚਾਰ ਤਰ੍ਹਾਂ ਦੀਆਂ ਨਾ। ਪਰ ਜਿਹੜਾ ਮਹਾਰਾਜ ਨੇ ਕਿਹਾ ਰਾਜ ਨਾ ਚਾਹੋ ਮੁਕਤ ਨੇ ਮਨ ਪ੍ਰੀਤ ਚਰਨ ਕਮਲਾਰੇ, ਉਹ ਇਹ ਰਾਜ ਕਿਹੜਾ ਜਿਹੜਾ ਜ਼ੋਰ ਦਾ, ਜ਼ੁਲਮ ਦਾ, ਧੱਕੇ ਦਾ, ਇਹਨੂੰ ਨਹੀਂ, ਧਰਮ ਦਾ ਰਾਜ ਚਾਹੁੰਦਾ। ਮੁਕਤੀ ਕਿਹੜੀ ਹੈ? ਕੈਵਲ ਜਿਹੜਾ ਉਹਦੇ 'ਚ ਅਭੇਦ ਹੋਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਮੁਕਤੀ ਨੂੰ ਚਾਹੁੰਦਾ ਹੈ ਉਹ। ਇਸ ਕਰਕੇ ਆਤਮਾ ਦਾ ਆਪਣੇ ਸਰੂਪ ਵਿੱਚ ਹਾਂਜੀ ਮਸਤ ਰਹਿਣਾ ਹੀ ਮੁਕਤੀ ਦਾ ਕੈਵਲ ਹੈ। ਕਿਉਂਕਿ ਜੋਗੀ ਦਾ ਮਨ ਜਿਹੜਾ ਉਹ ਹਾਂਜੀ ਸੰਸਾਰ ਵੱਲ ਨਹੀਂ ਜਾਂਦਾ, ਨਿਰੰਕਾਰ ਕਰਤਾਰ ਵੱਲ ਲੱਗਾ, ਬਿਲਕੁਲ ਹਾਂਜੀ ਨਿਰਲੇਪ ਹੋ ਜਾਂਦਾ ਹੈ। ਉਹਦਾ ਆਤਮਾ ਆਪਣੇ ਸਰੂਪ ਵਿੱਚ ਲੀਨ ਹੋ ਜਾਂਦਾ ਹੈ। ਇਹ ਵੀ ਕੈਵਲ ਮੋਕਸ਼ ਹੈ। ਆਤਮਾ ਦਾ ਆਪਣੇ ਸਰੂਪ ਵਿੱਚ ਮਸਤ ਰਹਿਣਾ ਮੁਕਤੀ ਜਾਂ ਕੈਵਲ ਹੈ। ਦ੍ਰਿਸ਼ਟਾ ਭਾਵ ਆਤਮਾ ਆਪਣੇ ਦ੍ਰਿਸ਼ ਭਾਵ ਨਾਲ ਕੁਦਰ ਦਾ ਸੰਸਾਰ, ਇਹਨਾਂ ਦੋਨਾਂ ਨਾਲ ਸੰਬੰਧ ਰੱਖਣ ਵਾਲੀ ਬੁੱਧੀ ਹੀ ਸਭ ਚੀਜ਼ਾਂ ਦਾ ਗਿਆਨ ਕਰਾਉਂਦੀ ਹੈ। ਆਤਮਾ ਦੇ ਲਾਗੇ ਬੁੱਧੀ, ਬੁੱਧੀ ਦੇ ਲਾਗੇ ਇੰਦਰੀਆਂ, ਇੰਦਰੀਆਂ ਦੇ ਲਾਗੇ ਸੰਸਾਰ ਦੇ ਪਦਾਰਥ। ਜਦੋਂ ਇੰਦਰੀਆਂ ਦਾ ਸੰਸਾਰ ਦੀਆਂ ਚੀਜ਼ਾਂ ਨਾਲ ਸੰਬੰਧ ਹੁੰਦਾ ਹੈ ਤਾਂ ਇੰਦਰੀਆਂ ਜਿਹੜੀਆਂ ਹਨ, ਨਰਵਸ ਸਿਸਟਮ ਜਿਹੜਾ ਨਾ, ਨਰਵਸ ਸਿਸਟਮ ਦੇ ਨਾਲ ਇਹਨਾਂ ਚੀਜ਼ਾਂ ਦਾ ਗਿਆਨ ਮਨ ਤੱਕ ਪਹੁੰਚਾਉਂਦੀਆਂ ਹਨ ਅਤੇ ਮਨ ਆਪਣੇ ਵਿਚਾਰ ਬੁੱਧੀ ਤੱਕ ਪਹੁੰਚਾਉਂਦਾ ਹੈ। ਉਹ ਬੁੱਧੀ ਤੱਕ ਪਹੁੰਚਾ ਦਿੰਦਾ ਹੈ ਅਤੇ ਬੁੱਧੀ ਵਿੱਚ ਪਹੁੰਚ ਕੇ ਆਤਮਾ ਨੂੰ ਪਤਾ ਲੱਗ ਜਾਂਦਾ ਹੈ ਕਿ ਫਲਾਨੀ ਚੀਜ਼ ਐਸੀ ਹੈ। ਭਾਵ ਇਹ ਹੈ ਬੁੱਧੀ ਦੋ ਚੀਜ਼ਾਂ ਨੂੰ ਮਿਲਾਉਣ ਵਾਲੀ ਕੜੀ ਹੈ, ਜਿਸ ਦਾ ਇੱਕ ਸਿਰਾ ਆਤਮਾ ਦੇ ਹੱਥ ਵਿੱਚ ਹੈ ਅਤੇ ਦੂਸਰਾ ਕੁਦਰਤ ਦੀ ਗਰਦਨ ਵਿੱਚ। ਇਸ ਲਈ ਮਨ ਅਤੇ ਬੁੱਧੀ ਦੀ ਹੋਂਦ ਆਤਮਾ ਨੂੰ ਕੁਦਰਤ ਪ੍ਰਕਿਰਤੀ ਦਾ ਗਿਆਨ ਕਰਵਾਉਣ ਦੇ ਲਈ ਹੈ ਅਤੇ ਸਾਫ਼ ਬੁੱਧੀ ਹੀ ਆਤਮਾ ਨੂੰ ਉਸ ਦੇ ਆਪਣੇ ਅਸਲੀ ਰੂਪ ਦਾ ਗਿਆਨ ਕਰਾ ਸਕਦੀ ਹੈ। ਕਿਉਂਕਿ ਬੁੱਧੀ ਦੇ ਆਪਣੇ ਇਸ ਕਰ ਕਹਿੰਦੇ ਹੈ ਕਿ ਪ੍ਰਕਿਰਤੀ ਦਾ ਗਿਆਨ ਕਰਾਉਣ ਵਾਲੀ ਹੈ ਅਤੇ ਸਾਫ਼ ਬੁੱਧੀ ਆਤਮਾ ਨੂੰ ਉਸ ਦੇ ਆਪਣੇ ਅਸਲੀ ਸਰੂਪ ਦਾ ਗਿਆਨ ਕਰਾ ਸਕਦੀ ਹੈ। ਕਿਉਂਕਿ ਬੁੱਧੀ ਦੇ ਸਾਫ਼
ਸ਼ੀਸ਼ੇ ਵਿੱਚ ਹੀ ਆਤਮਾ ਨੂੰ ਆਪਣਾ ਅਸਲੀ ਸਰੂਪ ਨਜ਼ਰ ਆ ਸਕਦਾ ਹੈ। ਤੇ ਜਿਹਦੀ ਬੁੱਧੀ ਮਲੀਨ ਆ, ਕਿਉਂਕਿ ਮਾੜਾ ਭੋਜਨ ਖਾਣ ਨਾਲ ਤੇ ਅੰਤਿਸ਼ਕਰਨ ਮਲੀਨ ਹੋ ਜਾਂਦਾ, ਅੰਤਿਸ਼ ਮਲੀਨ ਮਨ ਤੇ ਬੁੱਧੀ, ਤੇ ਜੇ ਬੁੱਧੀ ਮਲੀਨ ਹੋ ਗਈ ਫਿਰ ਆਤਮਾ ਦੇ ਦਰਸ਼ਨ ਕਿੱਥੋਂ ਹੋਣੇ ਆ? ਕੀ ਸਮਾਧੀ ਵਿੱਚ ਪਹੁੰਚ ਕੇ ਗਿਰਾਵਟ ਹੋ ਸਕਦੀ ਹੈ? ਇਹ ਪ੍ਰਸ਼ਨ ਕੀਤਾ ਗਿਆ ਹੈ। ਜਿਸ ਦੀ ਸਮਾਧੀ ਕੱਚੀ ਹੈ, ਭਾਵ ਜਿਸ ਦੀ ਸਮਾਧੀ ਪੂਰੀ ਤਰ੍ਹਾਂ ਸਿੱਧ ਨਹੀਂ ਹੋਈ, ਉਸ ਦੀ ਗਿਰਾਵਟ ਹੋ ਸਕਦੀ ਹੈ। ਜਦੋਂ ਸਮਾਧੀ ਤੋਂ ਵਿਹਲੇ ਹੋ ਕੇ ਸੰਸਾਰਕ ਕੰਮਾਂ ਵਿੱਚ ਲੱਗਦਾ ਹੈ ਤਾਂ ਜਨਮਾਂ ਜਨਮਾਂਤਰਾਂ ਦੇ ਸੰਸਾਰ ਉਸ ਨੂੰ ਆ ਘੇਰਦੇ ਹਨ ਅਤੇ ਉਹ ਯੋਗ ਮਾਰਗ ਤੋਂ ਹਟ ਕੇ ਭੋਗ ਮਾਰਗ ਵੱਲ ਤੁਰ ਪੈਂਦਾ ਹੈ। ਇਹ ਉਹ ਸਥਾਨ ਹੈ ਜਿੱਥੇ ਕੁਝ ਸਮਾਂ ਹੋਰ ਅਭਿਆਸ ਦੀ ਲੋੜ ਹੁੰਦੀ ਹੈ। ਹੁਣ ਵਿਸ਼ਵਾਮਿਤਰ ਆਦਿਕ ਦੇ ਵੱਲੋਂ ਤਪੱਸਿਆ ਤਾਂ ਬਹੁਤ ਕੀਤੀ ਸੀ, ਪਰ ਜਿਸ ਵੇਲੇ ਇੰਦਰ ਨੇ ਉਹ ਪਰਖ ਪਾਈ, ਉਹਦੇ 'ਚ ਫਿਰ ਡਿੱਗ ਪਿਆ ਸੀ। ਤੇ ਇਸ ਤਰ੍ਹਾਂ ਸਿੰਗੀ ਰੀਖੀ ਹੋਰ ਕਈਆਂ ਦੇ ਹੈਗੇ, ਜੇ ਤਾਂ ਫਿਰ ਉੱਥੋਂ ਪਰਖ 'ਚੋਂ ਨਿਕਲ ਗਿਆ ਫਿਰ ਤਾਂ ਪਹੁੰਚ ਗਿਆ ਮੰਜ਼ਿਲ 'ਤੇ, ਨਹੀਂ ਤਾਂ ਹੈਗਾ। ਕਹਿੰਦੇ ਫਿਰ ਜਿਹੜਾ ਇਸ ਤਰ੍ਹਾਂ ਉਹਨੂੰ ਹੋਰ ਅਭਿਆਸ ਦੀ ਲੋੜ ਆ, ਸੰਗਤ ਦੀ ਲੋੜ ਆ। ਸੰਗਤ ਦੀ ਬਾੜ ਵਿੱਚ ਬੰਦਾ ਵੱਜ ਜਾਂਦਾ। ਜਦੋਂ ਫਿਰ ਸੰਗਤ ਦੇ ਘੇਰੇ 'ਚੋਂ ਨਿਕਲਦਾ, ਇਹਦੇ ਆਪਣੇ ਅੰਦਰਲੇ ਸੰਸਕਾਰ ਜਿਹੜੀਆਂ ਸੁਸਾਇਟੀਆਂ ਨੂੰ ਘੇਰ ਕੇ ਜਿੱਥੋਂ ਨਿਕਲਿਆ ਸੀ ਉੱਥੇ ਫੇਰ ਸੁੱਟ ਦਿੰਦੀਆਂ। ਠੀਕ ਹੈ ਕਿ ਨਹੀਂ? ਹੁਣ ਜੇ ਤਾਂ ਘਰ ਵਾਲ ਨੂੰ ਮਨ ਦੌੜਦਾ ਹੈ, ਫਿਰ ਤਾਂ ਜਿੱਥੋਂ ਨਿਕਲੇ ਉੱਥੇ ਹੀ ਫਿਰ ਜਾ ਡਿੱਗਣਾ। ਤੇ ਜੇ ਹੁਣ ਤੁਰੇ ਰਹੋਗੇ ਫਿਰ ਗਾਂਹ ਤੇ ਗਾਂਹ ਮੰਜ਼ਿਲ ਬਣਦੀ ਜਾਣੀ ਆ। ਜੇ ਖਿਆਲ ਪਿੱਛੇ ਨੂੰ ਦੌੜਦੇ ਆ ਤੇ ਫਿਰ ਮੁੜ ਕੇ ਤਾਂ ਸੰਸਾਰ ਦਾ ਤਾਂ ਉਹੋ ਹੀ ਆ। ਹਾਂ, ਜਹਾਂ ਹਮ ਲਟਕੇ ਤਾਂ ਤੁਮ ਲਟਕੋ। ਸੰਸਾਰੀ ਜੀਵਾਂ ਦਾ ਤਾਂ ਫੇਰ ਹੀ ਹੁੰਦਾ। ਜੇ ਕਿਸੇ ਪੁੰਨ ਪ੍ਰਤਾਪ ਨਾਲ ਇੱਧਰ ਆਏ ਆ ਫਿਰ ਤਾਂ ਪਿੱਛਾ ਭੁੱਲ ਜਾਓ ਤੇ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਖਿਆਲ ਕਰ ਲਓ, ਫਿਰ ਤਾਂ ਗੱਲ ਬਣ ਜੂ। ਅਗਾਹਾਂ ਕੂ ਤਰੰਗ ਪਿੱਛੇ ਫਿਰ ਨਾ ਮੁੜੜਾ, ਸੇਜਾ ਵੇਹਾ ਬਾਰ ਬੌੜ ਨਾ ਹੋਵੇ ਜਨ ਬੜਾ। ਤੇ ਮੁੜ ਮੁੜ ਕੇ ਫਿਰ ਪਿੱਛੇ ਨੂੰ ਝਾਕਣਾ, ਫੇਰ ਨਹੀਂ ਗੱਲ ਬਣਨੀ। ਕਿ ਉੱਥੇ ਜਿਹੜੀਆਂ ਖੁੱਡਾਂ ਚੋਹ ਰਹਿੰਦੇ ਉਹਨਾਂ ਖੁੱਡਾਂ 'ਚ ਤੁਸੀਂ ਜਾ ਕੇ ਵੜ ਜਾਓਗੇ। ਆਹੀ ਕੁਛ ਹੈ। ਜਿਹੜੀਆਂ 2-2 4-4 ਕਿੱਲੀਆਂ ਮਿਲ ਜਾਣਗੀਆਂ, ਇਹ ਕਿੱਲੇ ਨਾਲ ਵੱਧ ਜਾਂਦਾ ਨਾ। ਹਾਂਜੀ, ਮਹਾਰਾਜ ਦੱਸ ਰਹੇ ਆ, ਕਹਿੰਦੇ ਕਿ ਜਨਮ ਜਨਮਾਂਤਰਾਂ ਦੇ ਸੰਸਕਾਰ ਉਹਨਾਂ ਨੂੰ ਆ ਘੇਰਦੇ ਹਨ ਅਤੇ ਉਹ ਯੋਗ ਮਾਰਗ ਤੋਂ ਹਟ ਕੇ ਭੋਗ ਮਾਰਗ ਵੱਲ ਤੁਰ ਪੈਂਦਾ ਹੈ। ਇਹ ਉਹ ਸਥਾਨ ਹੁੰਦਾ ਹੈ ਜਿੱਥੇ ਕੁਝ ਸਮਾਂ ਹੋਰ ਅਭਿਆਸ ਦੀ ਲੋੜ ਹੁੰਦੀ ਹੈ। ਜੇਕਰ ਇਸ ਅਵਸਥਾ 'ਤੇ ਪਹੁੰਚ ਕੇ ਅਭਿਆਸ ਤੋਂ ਜੀ ਚੁਰਾਵੇ ਤਾਂ ਸਭ ਮਿਹਨਤ ਨਿਸਫਲ ਚਲ ਜਾਂਦੀ। ਪਹਿਲਾਂ ਮਿਹਨਤ ਕੀਤੀ, ਹਾਂਜੀ, ਫਿਰ ਪੂਜਾ ਪ੍ਰਤਿਸ਼ਠਾ ਵੀ ਹੋਣ ਲੱਗ ਪਈ, ਸਤਿਕਾਰ ਵੀ, ਮਾਇਆ ਪਦਾਰਥ ਵੀ ਮਿਲਣ ਲੱਗ ਪਿਆ, ਜੈ ਜੈਕਾਰ ਵੀ ਹੋਣ ਲੱਗ ਪਈ। ਅਭਿਆਸ ਕਰਨਾ ਛੱਡ ਦਿੱਤਾ, ਹਾਲੇ ਅਵਸਥਾ ਪਰਪੱਕ ਹੋਈ ਨਾ, ਤੇ ਉਹ ਮੁੜ ਕੇ ਕਹਿੰਦੇ ਡਿੱਗ ਪੈਂਦਾ। ਫਿਰ ਆ ਵੱਡੇ ਵੱਡੇ ਦੇਖਿਆ ਨਾ, ਕੱਲ੍ਹ ਲੋਕ ਉਹਨਾਂ ਨੂੰ ਕਿੰਨਾ ਕਰਦੇ ਸੀ, ਇਹ ਮੁੜ ਕੇ ਗਿਰਾਵਟ ਆ ਕੇ ਥੱਲੇ ਡਿੱਗ ਪਏ। ਜਿਹੜੇ ਪੂਜਦੇ ਸੀ ਉਹ ਹੀ ਫਿਰ ਭੰਡੀ ਪ੍ਰਚਾਰ ਨਿੰਦਿਆ ਕਰਨ ਲੱਗ ਜਾਂਦੇ ਆ। ਉੱਥੇ ਕਹਿੰਦੇ ਅਭਿਆਸ ਦੀ ਲੋੜ ਹੁੰਦੀ ਹੈ। ਜੇਕਰ ਇਹ ਅਵਸਥਾ 'ਤੇ ਪਹੁੰਚ ਕੇ ਅਭਿਆਸ ਤੋਂ ਜੀ ਚੁਰਾਵੇ ਤਾਂ ਸਭ ਮਿਹਨਤ ਕੀਤੀ ਕਰਾਈ ਨਿਸਫਲ ਚਲੇ ਜਾਂਦੀ ਹੈ। ਜਿੰਨਾ ਸਥਾਨ ਉੱਚਾ ਉਨਾ ਹੀ ਬਚ ਕੇ ਅਤੇ ਹੁਸ਼ਿਆਰੀ ਨਾਲ ਤੁਰਨਾ ਪੈਂਦਾ ਹੈ। ਹੁਣ ਪਹਾੜ 'ਤੇ ਜਾਓਗੇ ਤੇ ਹੋਸ਼ ਨੇ ਤੁਰਨਾ ਪਊ। ਮਾੜਾ ਜਿਹਾ ਡਿੱਗ ਪਿਆ ਇਹਦਾ ਚਕਨਾ ਚੂਰ ਹੋ ਜਾਊ ਨਾ। ਹਾਂਜੀ, ਫਕੀਰੀ ਕਿੰਨੀ ਦੂਰ ਆ, ਜਿੰਨੀ ਲੰਮੀ ਖਜੂਰ ਆ। ਚੜ੍ਹ ਜਾਂਦਾ ਪੀਵੇ ਪ੍ਰੇਮ ਰਸ, ਨਹੀਂ ਤਾਂ ਫਿਰ ਚਕਨਾ ਚੂਰ ਆ, ਡਿੱਗ ਪਿਆ, ਹੱਡੀ ਪਸਲੀ ਨਹੀਂ ਫਿਰ ਰਹਿੰਦੀ। ਹੁਸ਼ਿਆਰੀ ਨਾਲ ਤੁਰਨਾ ਪੈਂਦਾ ਹੈ ਕਿਉਂਕਿ ਬਹੁਤ ਉਚਾਈ ਤੋਂ ਡਿੱਗਿਆ ਹੋਇਆ ਮਨੁੱਖ ਬਚ ਹੀ ਨਹੀਂ ਸਕਦਾ। ਇਸ ਲਈ ਕਹਿੰਦੇ ਹਨ, ਪ੍ਰੀਤਮ ਪਿਆਰਾ ਦੂਰ ਹੈ, ਜਿਤਨੀ ਕਿ ਲੰਬੀ ਖਜੂਰ ਹੈ। ਚੜ੍ਹੇ ਤਾਂ ਚਾਖੇ ਪ੍ਰੇਮ ਰਸ, ਨਹੀਂ ਤਾਂ ਚਕਨਾ ਚੂਰ ਹੈ। ਇਸ ਵਾਸਤੇ ਇਹ ਹੈ ਕਿ ਜੇ ਤਾਂ ਹੁਣ ਭਈ ਤੁਰੇ ਆ ਤੇ ਦੇਖ ਲਓ, ਤੇ ਜੇ ਮੁੜ ਮੁੜ ਕੇ ਪਿੱਛੇ ਨੂੰ ਸੁਰਤੀ ਭੱਜਦੀ ਹੈ, ਹਾਂਜੀ, ਫੇਰ ਨਹੀਂ ਲੱਜਣਾ ਕੁਛ ਵੀ। ਇਹ ਤਾਂ ਇਹੀ ਹੈ। ਪਰ ਹੁਣ ਅੱਜ ਕੱਲ੍ਹ ਤਾਂ ਜ਼ਿਆਦਾ ਇਹੀ ਹੈ, ਕੋਈ ਬਿਰਲਾ ਨਿਕਲਦਾ। ਹਾਂਜੀ, ਸਭ ਨੇ ਛਾਲਾਂ ਮਾਰੀਆਂ, ਕਰਤਾ ਕਰੇ ਸੋ ਹੋਏ।
ਅੱਗੇ ਹੈ ਜੀ। ਅਤੇ ਬਿਰਲੇ ਬਿਰਲੇ ਫਿਰ ਇਸ ਮਜਲ ਦੇ ਉੱਤੇ ਉਤਰਦੇ ਆ ਪੂਰੇ, ਨਹੀਂ ਤਾਂ ਫਿਰ ਸੰਸਾਰ ਦੀ ਹਾਲਤ ਦੇਖਦੇ ਹੀ ਆ ਕਿਸ ਤਰ੍ਹਾਂ ਦੀ ਹੈਗੀ ਹੈ। ਸੋ ਇਹ ਸਾਰਾ ਉਹਨਾਂ ਨੇ ਕੈਵਲਪਾਦ ਦਾ ਵੀ ਦੱਸਿਆ ਆ। ਅਤੇ ਅੱਗੇ ਫਿਰ ਹੁਣ ਉਹ ਇਹਨਾਂ ਮਜਲਾਂ ਦੇ ਪਹੁੰਚਣ ਲਈ ਧਿਆਨ ਯੋਗ ਉਪਾਸ਼ਨਾ ਦਾ, ਨਾਮ ਜਪਣ ਦੀਆਂ ਵਿਧੀਆਂ, ਇਹ ਸਾਰੇ ਤੌਰ ਤਰੀਕੇ ਜਿਹੜੇ ਆ ਉਹ ਵਰਣਨ ਕਰਨਗੇ। ਅਤੇ ਹੁਣ ਤਾਂ ਜ਼ਿਆਦਾ ਸਟੇਜਾਂ 'ਤੇ ਦਵੈਤਵਾਦ, ਭੰਡੀ ਪ੍ਰਚਾਰ, ਇੱਕ ਦੂਜੇ ਨੂੰ ਨੀਚਾ ਦਿਖਾਉਣਾ ਜੋ ਸਿਆਸੀ ਲੋਕਾਂ ਦਾ ਸੀ, ਧਾਰਮਿਕ ਸਟੇਜਾਂ 'ਤੇ ਵੀ ਤਕਰੀਬਨ ਉਹੋ ਜਿਹਾ ਹੀ ਅਖਾੜਾ ਬਣ ਗਿਆ। ਅਤੇ ਜਿਹੜਾ ਉਹ ਭਜਨ ਬਾਣੀ ਦੀਆਂ ਗੱਲਾਂ ਬਾਤਾਂ, ਅੰਤਰੀ ਵਿਗਿਆਨ, ਪਰਮਾਤਮਾ ਮਿਲਣ ਦੀਆਂ, ਉਹ ਬਹੁਤ ਦੂਰ ਚਲੇ ਗਈਆਂ। ਸੋ ਇਹ ਮਿਹਨਤ ਕੀਤੀ ਹੈ। ਇਹ ਗ੍ਰੰਥ ਵਿੱਚ ਤਾਂ ਸਾਰਾ ਧਰਮ ਸ਼ਾਸਤਰਾਂ ਦਾ ਗਿਆਨ, ਮਹਾਂਪੁਰਖਾਂ ਦਾ ਜੋ ਮਿਲਦਾ ਵਰਣਨ ਕੀਤਾ। ਜੇ ਤਾਂ ਇਹ ਤੋਂ ਲਾਭ ਲੈ ਕੇ ਤੁਰੋਂਗੇ ਫਿਰ ਤਾਂ ਸਾਡਾ ਕੀਤਾ ਪੁਰਸ਼ਾਰਥ ਵੀ ਸਫਲ ਹੋ ਜਾਏਗਾ, ਨਹੀਂ ਤਾਂ ਫਿਰ ਆਪੋ ਆਪਣੇ ਕਰਮ ਜਿਹੜੇ ਆ ਉਹ ਇਨਸਾਨ ਨੂੰ ਭੋਗਣੇ ਪੈਂਦੇ ਆ ਜਿਹੋ ਜਿਹੇ ਹੈਗੇ ਆ। ਸੋ ਹੁਣ ਅੱਗੇ ਆਪਾਂ ਅਗਲੀਆਂ ਵਿਚਾਰਾਂ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।